Human values and professional ethics, Unit 1. What do you mean by values or human values? Values की है, human values की है. ਕਰੈਕਟਰ ਓਰੀਐਂਟਡ ਮਤਲਬ ਕਿ ਇਹਨਾਂ ਨੇ ਬੋਲਿਆ ਹੋਇਆ ਹੈ ਕਿ ਜਿਹੜੀਆਂ ਸਾਡੀਆਂ ਬੇਸਿਕ ਵੈਲਿਊਜ਼ ਹੈ, ਐਥਨਿਕ ਵੈਲਿਊਜ਼ ਹੈ, ਅਸੀਂ ਉਹਦੇ ਬਾਰੇ ਲਰਨ ਕਰਨਾ ਹੈ ਕਿ ਵੈਲਿਊ ਬੇਸਡ ਐਜੂਕੇਸ਼ਨ ਦੇ ਵਿੱਚ. ਇਸ ਸਬਜੈਕਟ ਦੇ ਨਾਲ ਸਾਨੂੰ ਪਤਾ ਲੱਗੇਗਾ ਕਿ ਕਿਹੜੀ ਚੀਜ਼ ਵੈਲਿਊਏਬਲ ਹੈਗੀ ਹੈ ਸਾਡੇ ਹਿਊਮਨ ਦੇ ਹੈਪੀਨੈਸ ਵਾਸਤੇ. ਵੈਲਿਊ ਐਜੂਕੇਸ਼ਨ ਜਿਹੜੀ ਹੈ ਇੰਪੋਰਟੈਂਟ ਹੈ ਕਿਉਂਕਿ ਇਹ ਹੈਲਪ ਕਰਦੀ ਹੈ ਸਾਰਿਆਂ ਨੂੰ ਕਿ ਆਪਾਂ ਇੱਕ ਆਪਣੇ ਸਿਸਟਮ ਨੂੰ ਇੰਪਰੂਵ ਕਰੀਏ, ਸਾਨੂੰ ਪਤਾ ਲੱਗੇ ਕਿ ਅਸੀਂ ਕਿਹੜੀ ਚੀਜ਼ ਹੋਲਡ ਕਰ ਰਹੇ ਹਾਂ, ਕਿਹੜੀ ਚੀਜ਼ ਆਪਾਂ ਯੂਜ਼ ਕਰ ਰਹੇ ਹਾਂ. ਇਸ ਚੀਜ਼ ਤੋਂ ਸਾਨੂੰ ਪਤਾ ਲੱਗੇਗਾ ਕਿ ਕਿਹੜੀ ਚੀਜ਼ ਵੈਲਿਊਏਬਲ ਹੈਗੀ ਹੈ ਸਾਡੀ ਲਾਈਫ ਦੇ ਵਿੱਚ, ਕਿਹੜੀਆਂ ਵੈਲਿਊਜ਼ ਇੰਪੋਰਟੈਂਟ ਨੇ, ਕਿਸ ਤਰੀਕੇ ਦੇ ਨਾਲ ਅਸੀਂ ਐਗਜ਼ਾਮਾਈਨ ਕਰ ਸਕਦੇ ਹਾਂ, ਕੰਟਰੋਲ ਕਰ ਸਕਦੇ ਹਾਂ ਆਪਣੀਆਂ ਚੋਇਸਿਸ ਨੂੰ ਜਿਹੜੀਆਂ ਵੀ ਅਸੀਂ ਆਪਣੀ ਲਾਈਫ 'ਚ ਲਈਆਂ ਹੈ ਜਾਂ ਫਿਰ ਅਸੀਂ ਲੈਣੀਆਂ ਹੈ. ਵੈਲਿਊ ਐਜੂਕੇਸ਼ਨ ਸਾਨੂੰ ਅੰਡਰਸਟੈਂਡ ਕਰਦੀ ਹੈ, ਹੈਲਪ ਕਰਦੀ ਹੈ ਕਿ ਆਪਾਂ ਜਿਹੜੇ ਆਪਣੇ ਗੋਲਸ ਨੂੰ ਕਰੈਕਟਲੀ ਵਿਜ਼ੂਅਲਾਈਜ਼ ਕਰ ਸਕੀਏ ਕਿ ਸਾਡੇ ਗੋਲਸ ਕੀ ਹੈ ਅਤੇ ਅਸੀਂ ਆਪਣੇ ਕਨਫਿਊਜ਼ਨਸ ਨੂੰ, ਕੋਂਟਰਡਿਕਸ਼ਨਸ ਨੂੰ ਕਿੱਦਾਂ ਰਿਮੂਵ ਕਰਨਾ ਵਾ ਹਰ ਲੈਵਲਸ ਤੋਂ ਅਤੇ ਕਿਸ ਤਰੀਕੇ ਨਾਲ ਅਸੀਂ ਆਪਣੇ ਗੋਲਸ ਤੱਕ ਪਹੁੰਚਣਾ. ਉਹੀ ਬੋਲਿਆ ਕਿ ਕਨਫਿਊਜ਼ਨਸ ਐਂਡ ਕੋਂਟਰਡਿਕਸ਼ਨਸ ਨੂੰ ਆਪਾਂ ਰਿਮੂਵ ਕਰਨਾ ਵਾ ਅਤੇ ਰਾਈਟਲੀ ਆਪਾਂ ਜਿਹੜੇ ਵਾ ਟੈਕਨੋਲੋਜੀਕਲ ਇਨੋਵੇਸ਼ਨਸ ਨੂੰ ਯੂਟੀਲਾਈਜ਼ ਕਰਨਾ. ਵੈਲਿਊਜ਼ ਦੇ ਨਾਲ ਹੀ ਸਾਨੂੰ ਜਿਹੜੇ ਨੇ ਸਾਡੇ ਥੋਟਸ, ਬਿਹੇਵੀਅਰ, ਐਕਸ਼ਨਸ ਪਤਾ ਲੱਗਣਗੇ. ਸਾਨੂੰ ਪਤਾ ਲੱਗੇਗਾ ਕਿਹੜੀ ਚੀਜ਼ ਵੈਲਿਊਏਬਲ ਹੈਗੀ ਹੈ, ਕਿਹੜੀ ਚੀਜ਼ ਨੂੰ ਅਸੀਂ ਆਪਣੇ ਅੰਦਰ ਲੈ ਕੇ ਆਉਣਾ ਵਾ. ਯੂਨੀਵਰਸ ਦੇ ਅਕੋਰਡਿੰਗਲੀ ਕਿਹੜੀਆਂ ਹਿਊਮਨ ਵੈਲਿਊਜ਼ ਹੋਣੀਆਂ ਚਾਹੀਦੀਆਂ ਵਾ, ਇਹ ਸਾਰੀਆਂ ਚੀਜ਼ਾਂ ਆ ਜਾਂਦੀਆਂ. ਬੇਸਿਕ ਗਾਈਡਲਾਈਨਸ ਕੀ ਹੈ ਵੈਲਿਊ ਐਜੂਕੇਸ਼ਨ ਲਈ? ਉਹੀ ਬੋਲਿਆ ਕਿ ਜਿਹੜਾ ਸਬਜੈਕਟ ਹੈਗਾ ਵਾ ਵੈਲਿਊ ਐਜੂਕੇਸ਼ਨ, ਇਹ ਦੱਸੇਗਾ ਸਾਨੂੰ ਕਿ ਕਿਹੜੀ ਚੀਜ਼ ਵੈਲਿਊਏਬਲ ਹੈਗੀ ਹੈ ਸਾਡੀ ਹੈਪੀਨੈਸ ਵਾਸਤੇ, ਉਹਨੂੰ ਅਸੀਂ ਬੋਲਿਆ. ਇਹਦੇ ਵਿੱਚ ਗਾਈਡਲਾਈਨਸ ਕੀ ਹੈ ਕਿ ਯੂਨੀਵਰਸਲ ਮਤਲਬ ਕਿ ਆਪਾਂ ਉਹ ਚੀਜ਼ਾਂ ਨੂੰ ਅਪਲਾਈ ਕਰਨਾ ਵਾ ਆਪਣੀ ਲਾਈਫ ਦੇ ਵਿੱਚ ਜਿਹੜੇ ਕਿ ਕਾਸਟ, ਕ੍ਰੀਡ, ਨੈਸ਼ਨੈਲਿਟੀਜ਼, ਰਿਲੀਜਨ. ਇੱਦਾਂ ਨਹੀਂ ਕਿ ਆਪਾਂ ਕਿ ਕਿਸੇ ਕਾਸਟ ਵਾਸਤੇ ਹੀ ਉਹ ਚੀਜ਼ ਆਉਣੀ ਚਾਹੀਦੀ ਹੈ, ਇੱਦਾਂ ਦੀ ਕੋਈ ਚੀਜ਼ ਨਹੀਂ ਹੈ. ਮਤਲਬ ਹਰ ਪਰਸਨ ਲਈ ਸੇਮ ਚੀਜ਼ ਹੋਣੀ ਚਾਹੀਦੀ ਹੈ, ਸੇਮ ਹਿਊਮਨ ਵੈਲਿਊ, ਸੇਮ ਬੇਸਿਕ ਵੈਲਿਊ, ਸੇਮ ਐਥਨਿਕ ਵੈਲਿਊਜ਼ ਹੋਣੀਆਂ ਚਾਹੀਦੀਆਂ. ਰੈਸ਼ਨਲ ਕਿ ਬਲਾਈਂਡ ਬਿਲੀਫ ਦੇ ਉੱਤੇ ਫੋਕਸ ਨਹੀਂ ਕਰਨਾ, ਮਤਲਬ ਜੋ ਬੋਲ ਰਿਹਾ ਹੈ ਇਹ ਨਹੀਂ ਕਿ ਅਸੀਂ ਉਹੀ ਚੀਜ਼ ਮੰਨਣੀ, ਅਸੀਂ ਪਹਿਲੇ ਉਹਨੂੰ ਖੁਦ ਟਰਾਈ ਕਰਕੇ ਦੇਖਣਾ, ਅਪਲਾਈ ਕਰਕੇ ਦੇਖਣਾ ਆਪਣੀ ਲਾਈਫ 'ਤੇ. ਨੈਚੁਰਲ ਐਂਡ ਵੈਰੀਫਾਈਬਲ ਮਤਲਬ ਕਿ ਆਪਾਂ ਨੈਚੁਰਲੀ ਐਕਸੈਪਟ ਕਰ ਰਹੇ ਹਾਂ ਹਿਊਮਨ ਬੀਇੰਗਸ ਨੂੰ, ਬਟ ਫਿਰ ਵੀ ਹਰ ਇੱਕ ਚੀਜ਼ ਜਿਹੜੀ ਐਕਸਪੈਰੀਮੈਂਟਲੀ ਵੈਰੀਫਾਈਬਲ ਹੋਣੀ ਚਾਹੀਦੀ ਹੈ. ਉਹ ਕੋਈ ਬਿਲੀਵ ਜਾਂ ਅਜ਼ੰਪਸ਼ਨ ਦੇ ਬੇਸਿਸ 'ਤੇ ਨਹੀਂ ਹੋਣੀ ਚਾਹੀਦੀ. ਆਲ ਇਨਕੰਪਾਸਿੰਗ ਮਤਲਬ ਕਿ ਸਾਡੇ ਥਾਟਸ, ਬਿਹੇਵੀਅਰਸ, ਵਰਕ, ਰਿਅਲਾਈਜੇਸ਼ਨ ਸਾਰੇ ਡਾਇਮੈਂਸ਼ਨਸ ਨੂੰ ਕਵਰ ਕਰੇ. ਇੰਡੀਵਿਜੂਅਲ, ਫੈਮਿਲੀ, ਸੋਸਾਇਟੀ, ਨੈਚੁਰਲ ਐਗਜ਼ਿਸਟੈਂਸ ਸਾਰੇ ਲੈਵਲਸ ਨੂੰ ਕਵਰ ਕਰੇ. ਲੀਡਿੰਗ ਟੂ ਹਾਰਮੋਨੀ ਮਤਲਬ ਕਿ ਅਸੀਂ ਹਾਰਮੋਨੀ ਜਿਹੜੀ ਆ ਉਹ ਪ੍ਰਮੋਟ ਕਰਨੀ ਹੈ ਆਪਣੀ ਲਾਈਫ ਦੇ ਵਿੱਚ ਇੰਡੀਵਿਜੂਅਲਸ ਦੇ ਅਮੰਗ. ਵਟ ਇਜ਼ ਦ ਨੀਡ ਫॉर ਵੈਲਿਊ ਐਜੂਕੇਸ਼ਨ? ਸਾਨੂੰ ਵੈਲਿਊ ਐਜੂਕੇਸ਼ਨ ਦੀ ਲੋੜ ਹੀ ਕਿਉਂ ਪਈ? ਜਾਂ ਫਿਰ ਸ਼ਾਰਟ ਨੋਟ ਲਿਖੋ, ਦ ਸਬਜੈਕਟ ਦੈਟ ਅਨੇਬਲ ਅਸ ਟੂ ਅੰਡਰਸਟੈਂਡ ਵਟ ਇਜ਼ ਵੈਲਿਊਏਬਲ ਫॉर ਹਿਊਮਨ ਹੈਪੀਨੈਸ ਇਜ਼ ਕਾਲਡ ਵੈਲਿਊ ਐਜੂਕੇਸ਼ਨ. ਉਹੀ ਬੋਲਿਆ ਕਿ ਕਿਹੜੀ ਚੀਜ਼ ਸਾਡੇ ਲਈ ਵੈਲਿਊਏਬਲ ਹੈਗੀ ਹੈ ਸਾਡੇ ਹਿਊਮਨ ਦੇ ਹੈਪੀਨੈਸ ਲਈ, ਅਸੀਂ ਉਹਨੂੰ ਵੈਲਿਊ ਐਜੂਕੇਸ਼ਨ ਬੋਲਦੇ. ਸਾਨੂੰ ਵੈਲਿਊ ਐਜੂਕੇਸ਼ਨ ਦੀ ਲੋੜ ਹੀ ਕਿਉਂ ਪਈ? ਕਰੈਕਟ ਆਈਡੈਂਟੀਫਿਕੇਸ਼ਨ ਆਫ ਆਰ ਐਸਪੀਰੇਸ਼ਨ ਮਤਲਬ ਕਿ ਦਿਸ ਸਬਜੈਕਟ ਵਿਚ ਅਨੇਬਲ ਅਸ ਟੂ ਅੰਡਰਸਟੈਂਡ ਵਟ ਇਜ਼ ਵੈਲਿਊਏਬਲ ਫॉर ਹਿਊਮਨ ਹੈਪੀਨੈਸ. ਉਹੀ ਜਿਹੜੀ ਚੀਜ਼ ਵੈਲਿਊਏਬਲ ਹੈਗੀ ਹੈ ਹਿਊਮਨ ਦੀ ਹੈਪੀਨੈਸ ਲਈ, ਉਹਨੂੰ ਅਸੀਂ ਵੈਲਿਊ ਐਜੂਕੇਸ਼ਨ ਬੋਲ ਲਿਆ ਵਾ. ਇਹ ਅਨੇਬਲ ਕਰਦੇ ਕਿ ਸਾਨੂੰ ਸਾਡੇ ਨੀਡਸ ਪਤਾ ਲੱਗਣ ਤਾਂ ਕਿ ਆਪਾਂ ਆਪਣੇ ਗੋਲਸ ਨੂੰ ਕਰੈਕਟਲੀ ਵਿਜ਼ੂਅਲਾਈਜ਼ ਕਰ ਸਕੀਏ, ਰਾਈਟ ਡਾਇਰੈਕਸ਼ਨ ਦੇ ਉੱਤੇ ਜਾ ਸਕੀਏ ਅਤੇ ਜਿੰਨੀਆਂ ਵੀ ਕਨਫਿਊਜ਼ਨਸ ਨੇ, ਡਾਇਲੇਮਾਸ ਨੇ, ਕੋਂਟਰਡਿਕਸ਼ਨਸ ਅਸੀਂ ਉਹਨਾਂ ਨੂੰ ਰਿਮੂਵ ਕਰ ਸਕੀਏ ਆਪਣੀ ਲਾਈਫ 'ਚੋਂ ਅਤੇ ਪ੍ਰੋਪਰਲੀ ਆਪਣੇ ਗੋਲ ਨੂੰ ਅਚੀਵ ਕਰ ਸਕੀਏ. ਉਸ ਤੋਂ ਬਾਅਦ ਅੰਡਰਸਟੈਂਡਿੰਗ ਯੂਨੀਵਰਸਲ ਹਿਊਮਨ ਵੈਲਿਊਜ਼ ਟੂ ਫੁਲਫਿਲ ਆਰ ਐਸਪੀਰੇਸ਼ਨਸ ਇਨ ਕੰਟੀਨਿਊਟੀ ਮਤਲਬ ਕਿ ਜਿਹੜੀਆਂ ਵੀ ਵੈਲਿਊਜ਼ ਹੈ, ਵੈਲਿਊਜ਼ ਤੋਂ ਹੀ ਸਾਡੇ ਥੋਟਸ, ਬਿਹੇਵੀਅਰਸ, ਐਕਸ਼ਨਸ ਪਤਾ ਲੱਗਦੇ ਨੇ ਕਿਹੜੀ ਚੀਜ਼ ਵੈਲਿਊਏਬਲ ਹੈਗੀ ਹੈ. ਫਿਰ ਆਪਾਂ ਉਹੀ ਚੀਜ਼ ਨੂੰ ਆਪਣੀ ਲਾਈਫ ਦੇ ਉੱਤੇ ਲੈ ਕੇ ਆਉਣਾ ਵਾ. ਆਪਾਂ ਅੰਡਰਸਟੈਂਡ ਕਰਨਾ ਕਿ ਯੂਨੀਵਰਸਲ ਦੇ ਅਕੋਰਡਿੰਗਲੀ ਕਿਹੜੀਆਂ ਹਿਊਮਨ ਵੈਲਿਊਜ਼ ਹੋਣੀਆਂ ਚਾਹੀਦੀਆਂ ਵਾ ਕਿਉਂਕਿ ਇਹ ਕਾਮਨ ਪ੍ਰੋਗਰਾਮ ਹੈ. ਇੱਕ ਡੈਫੀਨੇਟ ਵੈਲਿਊਜ਼ ਹੋਣੀਆਂ ਚਾਹੀਦੀਆਂ ਵਾ ਸਾਡੀ ਲਾਈਫ ਦੇ ਵਿੱਚ. ਹਾਰਮੋਨੀਅਸ ਸੋਸਾਇਟੀ, ਹੈਪੀ ਸੋਸਾਇਟੀ ਜੀਣ ਵਾਸਤੇ. ਕੰਪਲੀਮੈਂਟਰੀ ਆਫ ਵੈਲਿਊਜ਼ ਐਂਡ ਸਕਿੱਲਸ ਆਪਣੀ ਐਸਪੀਰੇਸ਼ਨਸ ਨੂੰ ਫਿਲ ਕਰਨ ਲਈ ਬਹੁਤ ਵੈਲਿਊਜ਼ ਅਤੇ ਸਕਿੱਲਸ ਦੋਨੋਂ ਹੀ ਨੈਸੈਸਰੀ ਨੇ. ਆਪਾਂ ਆਈਡੈਂਟੀਫਾਈ ਕਰਨਾ ਕਿ ਅਤੇ ਸੈੱਟ ਕਰਨਾ ਕਿ ਸਾਡਾ ਰਾਈਟ ਗੋਲ ਕੀ ਹੈ ਅਤੇ ਅਸੀਂ ਕਿਸ ਤਰੀਕੇ ਦੇ ਨਾਲ ਰਾਈਟ ਡਾਇਰੈਕਸ਼ਨ 'ਤੇ ਜਾਣਾ ਹੈ. ਸਾਡੀ ਵੈਲਿਊ ਡੋਮੇਨ ਪਤਾ ਹੋਣੀ ਚਾਹੀਦੀ ਹੈ. ਆਪਾਂ ਲਰਨ ਕਰਨਾ ਹੈ, ਪ੍ਰੈਕਟਿਸ ਕਰਨਾ ਹੈ, ਗੋਲ ਨੂੰ ਅਚੀਵ ਕਰਨਾ ਵਾ ਜਿਹੜੀ ਚੀਜ਼ ਸਾਡੀ ਲਾਈਫ 'ਚ ਹੋਣੀ ਜ਼ਰੂਰੀ ਹੈ. ਹੈਂਸ ਦੇਰ ਇਜ਼ ਐਨ ਐਸੈਂਸ਼ੀਅਲ complementarity between values and skills for the success of any human endeavor. ਕਿਸੇ ਵੀ ਮਤਲਬ ਹਿਊਮਨ ਨੂੰ ਪ੍ਰੋਪਰਲੀ ਲਾਈਫ ਜੀਣ ਵਾਸਤੇ ਵੈਲਿਊ ਸਕਿੱਲਸ ਦੋਨੋਂ ਇੰਪੋਰਟੈਂਟ ਹੈ. ਸਕਸੈਸਫੁਲ ਹੋਣ ਵਾਸਤੇ ਇੱਕ ਹੈਲਦੀ ਲਾਈਫ ਹੋਣੀ ਚਾਹੀਦੀ ਹੈ. ਗੁੱਡ ਹੈਲਥ ਜਿਹੜੀ ਹੈ ਉਹ ਬੋਡੀ ਨੂੰ ਫਿੱਟ ਕਰਦੀ ਹੈ, ਬਟ ਜ਼ਰੂਰੀ ਨਹੀਂ ਕਿ ਸਾਨੂੰ ਸਿਰਫ ਬੋਡੀ ਫਿੱਟ ਹੋਣੀ ਚਾਹੀਦੀ, ਬੋਡੀ ਦੇ ਨਾਲ ਸਾਡਾ ਮਾਈਂਡ ਫਿੱਟ ਹੋਣਾ ਚਾਹੀਦਾ ਵਾ. ਪ੍ਰੋਪਰ ਹੈਲਥੀ ਚੀਜ਼ਾਂ ਹੋਣੀਆਂ ਚਾਹੀਦੀਆਂ ਵਾ. ਇਵੈਲੂਏਸ਼ਨਸ ਆਫ ਆਰ ਬਿਲੀਵਸ ਸਾਰੇ ਬਿਲੀਵ ਕਰਦੇ ਨੇ ਇਵੈਲੂਏਸ਼ਨ ਬਿਲੀਵਸ ਉੱਤੇ ਮਤਲਬ ਕਿ ਜਿਹਨੇ ਜੋ ਕਿਹਾ ਅਸੀਂ ਉਹੀ ਮੰਨ ਲੈਂਦੇ ਹਾਂ. ਅਸੀਂ ਵੇਖਦੇ ਵੀ ਨਹੀਂ ਹੈ ਕਿ ਉਹ ਟਰੂ ਹੈ ਜਾਂ ਫਾਲਸ. ਸੋ ਸਾਨੂੰ ਆਪਾਂ ਜੋ ਵੀ ਰੀਡ ਕਰ ਰਹੇ ਹਾਂ, ਵੇਖ ਰਹੇ ਹਾਂ, ਹੇਅਰ ਸੁਣ ਰਹੇ ਹਾਂ, ਪੇਰੈਂਟਸ ਜੋ ਵੀ ਸਾਨੂੰ ਦੱਸਦੇ ਨੇ, ਫਰੈਂਡਸ ਦੱਸਦੇ ਨੇ, ਸਾਨੂੰ ਪਹਿਲੇ ਆਪਾਂ ਉਹਨਾਂ ਨੂੰ ਬਿਲੀਵ ਕਰਦੇ ਹਾਂ. ਜੋ ਮੈਗਜ਼ੀਨਸ ਦੇ ਵਿੱਚ ਲਿਖਿਆ ਆਉਂਦਾ, ਟੀ ਵੀ 'ਤੇ ਆਪਾਂ ਉਹਨੂੰ ਬਿਲੀਵ ਕਰ ਲੈਂਦੇ ਹਾਂ, ਅਜ਼ਿਊਮ ਕਰ ਲੈਂਦੇ ਹਾਂ ਕਿ ਉਹੀ ਚੀਜ਼ ਟਰੂ ਹੈ, ਤਾਂ ਕਿ ਸਾਨੂੰ ਇਹਨੂੰ ਪਹਿਲੇ ਵੈਰੀਫਾਈ ਕਰਨਾ ਚਾਹੀਦਾ ਹੈ.
Technology and human values. The present education system has highly become a large skill based. Prime emphasis is on science and technology. मतलब कि ਇਹਨਾਂ ਨੂੰ ਅਚੀਵ ਇਹਨੇ ਹੈਲਪ ਕਰਨੀ ਹੈ ਅਚੀਵ ਕਰਨ ਲਈ ਕਿਹੜੀ ਚੀਜ਼ ਵੈਲਿਊਏਬਲ ਹੈਗੀ ਹੈ ਸਾਡੇ ਸਾਇੰਸ ਦੇ ਅਕੋਰਡਿੰਗਲੀ ਟੈਕਨੋਲੋਜੀ ਦੇ ਅਕੋਰਡਿੰਗਲੀ ਕਿਹੜੀ ਚੀਜ਼ ਸਹੀ ਹੈ ਕਿਹੜੀ ਚੀਜ਼ ਗਲਤ ਹੈ ਸਾਨੂੰ ਉਹ ਚੀਜ਼ ਜਿਹੜੀ ਹੈ ਪਤਾ ਹੋਣੀ ਚਾਹੀਦੀ ਹੈ ਉਸ ਤੋਂ ਬਾਅਦ values and skill complement each or explain how production skills and human values are complementary मतलब values बारे भी दसना वै तो skills बारे भी दसना values means importance और participation ਵੈਲਿਊਜ਼ ਦਾ ਮਤਲਬ ਹੁੰਦਾ ਕਿ ਆਪਾਂ ਪਾਰਟੀਸਿਪੇਟ ਕਰ ਰਹੇ ਕਿਸੇ ਚੀਜ਼ ਦੇ ਵਿੱਚ ਜਾਂ ਸਾਨੂੰ ਕਿਸੇ ਚੀਜ਼ ਦੀ ਇੰਪੋਰਟੈਂਸ ਪਤਾ ਹੈ ਅਤੇ ਸਕਿੱਲਸ ਦਾ ਮਤਲਬ ਹੈ ਕੁਆਲਿਟੀਜ਼ ਟ੍ਰੇਨਿੰਗ ਕੈਪੇਬਿਲਿਟੀ ਜੋ ਸਾਡੇ ਅੰਦਰ ਕੈਪੇਬਿਲਿਟੀ ਹੈ ਜੋ ਸਾਡੇ ਅੰਦਰ ਕੈਪੈਸਿਟੀ ਹੈ ਜੋ ਅਸੀਂ ਕਰ ਸਕਦੇ ਹਾਂ ਤਾਂ ਦੋਨਾਂ ਨੂੰ ਫੁਲਫਿਲ ਕਰਨ ਲਈ ਐਸਪੀਰੇਸ਼ਨਸ ਨੂੰ ਫੁਲਫਿਲ ਕਰਨ ਲਈ ਸਾਨੂੰ ਸਕਿੱਲਸ ਦੇ ਵੈਲਿਊਜ਼ ਦੋਨੋਂ ਚਾਹੀਦੇ ਨੇ ਆਪਾਂ ਆਈਡੈਂਟੀਫਾਈ ਕਰਨਾ ਵੈ ਗੋਲਸ ਨੂੰ ਸੈੱਟ ਕਰਨਾ ਵੈ ਔਰ ਰਾਈਟ ਡਾਇਰੈਕਸ਼ਨ ਦੇ ਉੱਤੇ ਜਾਣਾ ਵੈ ਸਾਨੂੰ ਆਪਣੀ ਵੈਲਿਊ ਡੋਮੇਨ ਪਤਾ ਹੋਣੀ ਚਾਹੀਦੀ ਹੈ ਡੋਮੇਨ ਆਫ ਵਿਜ਼ਡਮ ਪਤਾ ਹੋਣੀ ਚਾਹੀਦੀ ਹੈ ਬੇਸਿਕਲੀ ਸਾਨੂੰ ਪਤਾ ਹੋਣਾ ਚਾਹੀਦਾ ਕਿ ਕਿਹੜੀ ਚੀਜ਼ ਜਿਹੜੀ ਯੂਜ਼ਫੁਲ ਹੈਗੀ ਹੈ ਹਿਊਮਨ ਦੇ ਹੈਪੀਨੈਸ ਵਾਸਤੇ ਕਿ ਆਪਾਂ ਕਿਸ ਤਰ੍ਹਾਂ ਨਾਲ ਖੁਸ਼ ਹੋ ਸਕਦੇ ਹਾਂ ਐਂਡ ਵੈਨ ਵੀ ਲਰਨ ਐਂਡ ਪ੍ਰੈਕਟਿਸ ਟੂ ਐਕਚੁਅਲਾਈਜ਼ ਦਿਸ ਗੋਲ ਅਤੇ ਜਦੋਂ ਵੀ ਆਪਾਂ ਲਰਨ ਕਰਾਂਗੇ ਪ੍ਰੈਕਟਿਸ ਕਰਾਂਗੇ ਆਪਣੇ ਗੋਲ ਨੂੰ ਅਚੀਵ ਕਰਨ ਲਈ ਕੋਸ਼ਿਸ਼ ਕਰਾਂਗੇ ਟਰਾਈ ਕਰਦੇ ਰਹਾਂਗੇ ਆਪਾਂ ਅੱਗੇ ਵੇਰੀਅਸ ਡਾਇਮੈਂਸ਼ਨਸ ਨੂੰ ਕਵਰ ਕਰ ਲਾਂਗੇ ਸਾਨੂੰ ਡੋਮੇਨਸ ਆਫ ਸਕਿੱਲਸ ਪਤਾ ਹੋਣੀਆਂ ਚਾਹੀਦੀਆਂ ਵਾ ਕਿੰਨਾ ਆਪਾਂ ਸਟਰਗਲ ਕਰ ਰਹੇ ਹਾਂ ਕਿਸ ਤਰੀਕੇ ਨਾਲ ਅਸੀਂ ਆਪਣੇ ਗੋਲ ਦੇ ਉੱਤੇ ਪਹੁੰਚ ਰਹੇ ਸਾਨੂੰ ਇਹ ਚੀਜ਼ ਪਤਾ ਹੋਣੀ ਚਾਹੀਦੀ ਫੋਰ ਐਗਜ਼ਾਮਪਲ ਆਪਾਂ ਇੱਕ ਹੈਲਦੀ ਲਾਈਫ ਜੀਣੀ ਹੈ ਅਤੇ ਸਾਡੀ ਵਿਸ਼ ਹੋਣੀ ਹੈ ਕਿ ਆਪਾਂ ਜਿਹੜਾ ਵਾ ਬੋਡੀ ਨੂੰ ਫਿਟ ਕਰਨਾ ਬਟ ਇਹ ਇੱਕ ਪ੍ਰੋਪਰ ਵਿਸ਼ ਨਹੀਂ ਹੈਗੀ ਕਿ ਆਪਾਂ ਬੋਡੀ ਨੂੰ ਹੀ ਫਿਟ ਕਰਨਾ ਬਲਕਿ ਆਪਾਂ ਆਪਣੇ ਮਾਈਂਡ ਨੂੰ ਹੈਲਦੀ ਕਰਨਾ ਸਾਨੂੰ ਜਿਹੜਾ ਵਾ ਹੈਲਥ ਦਾ ਮੀਨਿੰਗ ਪਤਾ ਹੋਣਾ ਚਾਹੀਦਾ ਵਾ ਆਪਾਂ ਨਾ ਹੀ ਜਿਹੜਾ ਵਾ ਸਿਰਫ ਆਪਾਂ ਕਰੈਕਟਲੀ ਚੂਜ਼ ਕਰਨਾ ਕਿ ਸਿਰਫ ਬੋਡੀ ਹੀ ਫਿਟ ਹੋਵੇ ਜਾਂ ਹੈਲਦੀ ਹੋਵੇ ਬਲਕਿ ਆਪਣੇ ਗੋਲਸ ਨੂੰ ਅਚੀਵ ਕਰਨਾ ਵਾ ਉਹਦੇ ਲਈ ਵੀ ਸਾਡੀ ਗੁੱਡ ਹੈਲਥ ਇੰਪੋਰਟੈਂਟ ਹੈ ਸਾਡਾ ਫੂਡ ਪ੍ਰੋਪਰ ਅਮਾਊਂਟ ਵਿੱਚ ਕੰਜ਼ਿਊਮ ਕਰਨਾ ਵਾ ਗੁੱਡ ਹੈਲਥ ਹੋਣੀ ਚਾਹੀਦੀ ਹੈ ਈਵਨ ਹੈਲਦੀ ਮਾਈਂਡ ਹੋਣਾ ਚਾਹੀਦਾ ਵਾ ਨੈਕਸਟ ਸੈਲਫ ਐਕਸਪਲੋਰੇਸ਼ਨ ਕੀ ਹੁੰਦੀ ਹੈ ਮਤਲਬ ਖੁਦ ਨੂੰ ਐਕਸਪਲੋਰ ਕਰਨਾ ਸੈਲਫ ਐਕਸਪਲੋਰੇਸ਼ਨ ਇਜ਼ ਅ ਪ੍ਰੋਸੈਸ ਟੂ ਫਾਈਂਡ ਆਊਟ ਵਟ ਇਜ਼ ਵੈਲਿਊਏਬਲ ਟੂ ਮੀ ਕਿਹੜੀ ਚੀਜ਼ ਵੈਲਿਊਏਬਲ ਹੈਗੀ ਹੈ ਮੇਰੇ ਵਾਸਤੇ ਮੈਂ ਇਨਵੈਸਟੀਗੇਟ ਕਰਨਾ ਵਾ ਆਪਣੇ ਅੰਦਰ ਮੈਂ ਆਪਣੇ ਆਪ ਨੂੰ ਪੁੱਛਣਾ ਕਿ ਕਿਹੜੀ ਚੀਜ਼ ਮੇਰੇ ਲਈ ਸਹੀ ਹੈ ਕਿਹੜੀ ਚੀਜ਼ ਮੇਰੇ ਲਈ ਟਰੂ ਹੈ ਮੈਂ ਆਪਣੇ ਆਪ ਨੂੰ ਜੱਜ ਕਰਨਾ ਹੈ ਮੈਂ ਆਪਣੇ ਆਪ ਦੇ ਨਾਲ ਥਰੂ ਸੈਲਫ ਐਕਸਪਲੋਰੇਸ਼ਨ ਵੀ ਗੈਟ ਦ ਵੈਲਿਊਜ਼ ਆਫ ਆਰ ਸੈਲਫ ਸਾਨੂੰ ਜਿਹੜੀਆਂ ਸਾਡੀਆਂ ਆਪਣੀਆਂ ਵੈਲਿਊਜ਼ ਪਤਾ ਲੱਗਦੀਆਂ ਵੀ ਲਿਵ ਵਿਦ ਡਿਫਰੈਂਟ ਐਂਟਾਇਟੀ ਸਾਨੂੰ ਆਪਾਂ ਡਿਫਰੈਂਟ ਲੋਕਾਂ ਦੇ ਨਾਲ ਰਹਿੰਦੇ ਹਾਂ ਫੈਮਿਲੀ ਫਰੈਂਡਸ ਏਅਰ ਸੋਇਲ ਵਾਟਰ ਟਰੀਜ਼ ਕਿੰਨੀਆਂ ਚੀਜ਼ਾਂ ਹੁੰਦੀਆਂ ਲਾਈਫ ਦੇ ਵਿੱਚ ਅਤੇ ਸਾਨੂੰ ਹਰ ਇੱਕ ਚੀਜ਼ ਦੇ ਨਾਲ ਜਿਹੜਾ ਵਾ ਇੱਕ ਬੈਟਰ ਰਿਲੇਸ਼ਨਸ਼ਿਪ ਬਣਾਉਣਾ ਵਾ ਉਹਨੂੰ ਸਮਝਣਾ ਵਾ ਉਹਨੂੰ ਅਬਜ਼ਰਵ ਕਰਨਾ ਵਾ ਅੰਦਰੋਂ ਵੀ ਅਤੇ ਮੇਨ ਫੋਕਸ ਹੈਗਾ ਕਿ ਆਪਾਂ ਖੁਦ ਨੂੰ ਐਕਸਪਲੋਰ ਕਰਨਾ ਵਾ ਬੀਇੰਗ ਅ ਹਿਊਮਨ ਕੰਟੈਂਟ ਆਫ ਸੈਲਫ ਐਕਸਪਲੋਰੇਸ਼ਨ ਇਜ਼ ਜਸਟ ਫਾਈਂਡਿੰਗ ਆਨਸਰਸ ਟੂ ਦਾ ਫੋਲੋਇੰਗ ਕੁਐਸਚਨਸ ਮਤਲਬ ਆਪਾਂ ਖੁਦ ਨੂੰ ਐਕਸਪਲੋਰ ਕਰਨਾ ਹੈ ਫਾਈਂਡ ਕਰਨਾ ਕਿ ਸਾਡਾ ਗੋਲ ਕੀ ਹੈ ਕਿ ਆਪਾਂ ਬਣਨਾ ਚਾਹੁੰਦੇ ਹਾਂ ਆਪਣੀ ਲਾਈਫ ਦੇ ਵਿੱਚ ਅਤੇ ਅਸੀਂ ਕੀ ਬਣ ਰਹੇ ਹਾਂ ਅਤੇ ਪ੍ਰੋਗਰਾਮ ਦੇ ਵਿੱਚ ਕਿ ਆਪਾਂ ਡਿਜ਼ਾਇਰ ਨੂੰ ਕਿੱਦਾਂ ਫੁਲਫਿਲ ਕਰਨਾ ਵਾ ਸਾਡਾ ਡਿਜ਼ਾਇਰ ਹੈਗਾ ਕੀ ਹੈ ਅਤੇ ਐਕਚੁਅਲ ਪ੍ਰੋਗਰਾਮ ਕੀ ਹੈ ਠੀਕ ਹੈ ਸੈਲਫ ਐਕਸਪਲੋਰੇਸ਼ਨ ਪ੍ਰੋਸੈਸ ਇਜ਼ ਆਫ ਅ ਡਾਇਲੋਗ ਬਿਟਵੀਨ ਵਟ ਯੂ ਆਰ ਐਂਡ ਵਟ ਯੂ ਰੀਅਲੀ ਵਾਂਟ ਟੂ ਬੀ ਸੈਲਫ ਐਕਸਪਲੋਰੇਸ਼ਨ ਕੀ ਇੱਕ ਪ੍ਰੋਸੈਸ ਹੈ ਕਿ ਤੁਸੀਂ ਕੀ ਹੈਗੇ ਹੋ ਅਤੇ ਕਿ ਤੁਸੀਂ ਕੀ ਬਣਨਾ ਚਾਹੁੰਦੇ ਹੋ ਸੈਲਫ ਐਕਸਪਲੋਰੇਸ਼ਨ ਕੀ ਉਹੀ ਹੈ ਕਿ ਕਿਹੜੀ ਚੀਜ਼ ਵੈਲਿਊਏਬਲ ਹੈਗੀ ਅਸੀਂ ਖੁਦ ਨੂੰ ਖੁਦ ਇਨਵੈਸਟੀਗੇਟ ਕਰਨਾ ਵਾ ਕਿਹੜੀ ਚੀਜ਼ ਸਾਡੇ ਵਾਸਤੇ ਸਹੀ ਹੈ ਟਰੂ ਹੈ ਜੱਜ ਕਰਨਾ ਸੀ ਆਪਣੇ ਆਪ ਨੂੰ ਆਪਣੇ ਆਪ ਦੇ ਨਾਲ ਫੋਕਸ ਕਰਨਾ ਸੀ ਅਟੈਂਸ਼ਨ ਦੇਣੀ ਆ ਆਪਣੇ ਉੱਤੇ ਬਿਲੀਵਸ ਐਸਪੀਰੇਸ਼ਨਸ ਵੇਖਣੇ ਨੇ ਕਿ ਆਪਾਂ ਕਿ ਰੀਅਲੀ ਅਸੀਂ ਕੀ ਬਣਨਾ ਚਾਹੁੰਦੇ ਹਾਂ ਨੈਚੁਰਲੀ ਐਕਸੈਪਟੇਬਲ ਕੀ ਹੈ ਕਿ ਸਾਡੇ ਮਨ ਤੋਂ ਕੀ ਆਵਾਜ਼ ਆ ਰਹੀ ਹੈ ਇਫ ਦੀਸ ਟੂ ਆਰ ਦ ਸੇਮ ਮਤਲਬ ਜੋ ਆਪਾਂ ਸੋਚ ਰਹੇ ਹਾਂ ਜੋ ਅਸੀਂ ਬਣ ਰਹੇ ਹਾਂ ਅਤੇ ਦੋਨੋਂ ਚੀਜ਼ਾਂ ਜੇ ਤਾਂ ਸੇਮ ਹੈ ਤਾਂ ਫਿਰ ਤਾਂ ਕੋਈ ਪ੍ਰੋਬਲਮ ਨਹੀਂ ਤਾਂ ਸਾਨੂੰ ਇਨਵੈਸਟੀਗੇਟ ਕਰਨਾ ਪਏਗਾ ਜਿਹੜੀ ਚੀਜ਼ ਸੇਮ ਨਹੀਂ ਹੈ ਕਿ ਸਾਡੀ ਕੌਂਟਰਡਿਕਟ ਤਾਂ ਨਹੀਂ ਕਰ ਰਹੀ ਕਿ ਆਪਾਂ ਜੋ ਸੋਚਿਆ ਸੀ ਜੋ ਸਾਡਾ ਡਰੀਮ ਸੀ ਆਪਾਂ ਉਹਦੇ ਅਕੋਰਡਿੰਗ ਚੱਲ ਰਹੇ ਹਾਂ ਕਿ ਨਹੀਂ ਚੱਲ ਰਹੇ ਆਪਣੀ ਕੌਂਟਰਡਿਕਸ਼ਨਸ ਨੂੰ ਕਨਫਿਊਜ਼ਨਸ ਨੂੰ ਰਿਮੂਵ ਕਰਨਾ ਵਾ ਅਤੇ ਆਪਾਂ ਜਿਹੜਾ ਵਾ ਅਵੇਅਰ ਹੋਣਾ ਵਾ ਆਫ ਨੈਚੁਰਲ ਐਕਸੈਪਟੈਂਸ ਤੁਸੀਂ ਕਿੱਦਾਂ ਵੈਰੀਫਾਈ ਕਰ ਸਕਦੇ ਹੋ ਪ੍ਰਪੋਜ਼ਲਸ ਨੂੰ ਔਨ ਦਾ ਬੇਸਿਸ ਆਫ ਨੈਚੁਰਲ ਐਕਸੈਪਟੈਂਸ ਜਾਂ ਨੈਚੁਰਲ ਐਕਸੈਪਟੈਂਸ ਕਿਉਂ ਨਹੀਂ ਕਿ ਜਿਹੜੀ ਸਾਡੇ ਅੰਦਰੋਂ ਆਵਾਜ਼ ਆਉਂਦੀ ਹੈ ਕਿ ਹਾਂ ਇਹ ਚੀਜ਼ ਸਹੀ ਹੈ ਨੈਚੁਰਲ ਐਕਸੈਪਟੈਂਸ ਇੰਪਲਾਈਜ਼ ਅਨਕੰਡੀਸ਼ਨਲ ਐਂਡ ਟੋਟਲ ਐਕਸੈਪਟੈਂਸ ਆਫ ਸੈਲਫ ਪੀਪਲ ਐਂਡ ਇਨਵਾਇਰਮੈਂਟ ਨੈਚੁਰਲ ਐਕਸੈਪਟੈਂਸ ਕੀ ਹੈ ਮਤਲਬ ਇਹ ਨਹੀਂ ਕਿ ਜੋ ਲੋਕ ਬੋਲ ਰਹੇ ਨੇ ਜਾਂ ਜੋ ਇਨਵਾਇਰਮੈਂਟ ਤੋਂ ਪਤਾ ਲੱਗ ਰਿਹਾ ਅਸੀਂ ਐਬਸੈਂਸ ਵੇਖਣੀ ਹੈ ਆਪਾਂ ਵੇਖਣਾ ਹੈ ਕਿ ਜੋ ਅਸੀਂ ਕਮਿਟ ਕਰ ਰਹੇ ਹਾਂ ਜੋ ਸਾਡੀ ਅੰਦਰੋਂ ਆਵਾਜ਼ ਆ ਰਹੀ ਹੈ ਵੰਸ ਆਪਾਂ ਫੁੱਲੀ ਐਂਡ ਟਰੂਲੀ ਕਮਿਟ ਕਰ ਦਿੱਤਾ ਕਿ ਅਸੀਂ ਇਹ ਕੰਮ ਕਰਨਾ ਵਾ ਅਤੇ ਫਿਰ ਹੀ ਆਪਾਂ ਜਿਹੜਾ ਵਾ ਹੋਲਿਸਟਿਕ ਸੈਂਸ ਫੀਲ ਕਰ ਸਕਦੇ ਹਾਂ ਕਿ ਹਾਂ ਸਾਨੂੰ ਸ਼ਾਂਤੀ ਮਿਲੇਗੀ ਲਾਈਫ ਦੇ ਵਿੱਚ ਕਿ ਹਾਂ ਕਿ ਅਸੀਂ ਆਪਣੇ ਡਰੀਮਸ ਦੇ ਅਕੋਰਡਿੰਗ ਚੱਲ ਰਹੇ ਆਪਣੇ ਗੋਲ ਨੂੰ ਅਚੀਵ ਕਰਨ ਲਈ ਅਸੀਂ ਆਪਣੇ ਅਕੋਰਡਿੰਗ ਚੱਲ ਰਹੇ ਐਕਚੁਅਲੀ ਨੈਚੁਰਲ ਐਕਸੈਪਟੈਂਸ ਇਜ਼ ਅ ਵੇ ਟੂ ਐਕਸੈਪਟ ਦ ਗੁੱਡ ਥਿੰਗਸ ਕਿ ਸਹੀ ਚੀਜ਼ਾਂ ਨੂੰ ਆਪਾਂ ਜਿਹੜਾ ਵਾ ਨੈਚੁਰਲੀ ਐਕਸੈਪਟ ਕਰਨਾ ਹੈ ਲਰਨ ਥਿੰਗ ਦੈਟ ਇਜ਼ ਗੁੱਡ ਫਰੋਮ ਅਦਰਸ ਸਹੀ ਚੀਜ਼ਾਂ ਨੂੰ ਲਰਨ ਕਰਨਾ ਵਾ ਬਟ ਬ੍ਰਿੰਗ ਇਟ ਇਨ ਆਰ ਓਨ ਵੇ ਓਬਜ਼ਰਵ ਇਟ ਡੂ ਨਾਟ ਬਿਕਮ ਅਦਰਸ ਮਤਲਬ ਕਿ ਆਪਾਂ ਦੂਸਰਿਆਂ ਤੋਂ ਚੰਗੀਆਂ ਚੀਜ਼ਾਂ ਲਰਨ ਕਰਨੀਆਂ ਵਾ ਬਟ ਆਪਣੇ ਅਕੋਰਡਿੰਗ ਖੁਦ ਦੇ ਅੰਦਰ ਐਬਜ਼ੋਰਬ ਕਰਨਾ ਵਾ ਖੁਦ ਦੇ ਅਕੋਰਡਿੰਗ ਲੈ ਕੇ ਆਉਣਾ ਵਾ ਐ ਨਹੀਂ ਕਿ ਬਿਲਕੁਲ ਹੀ ਦੂਸਰੇ ਵਰਗਾ ਬਣ ਜਾਓ ਵੀ ਕੈਨ ਈਜ਼ੀਲੀ ਵੈਰੀਫਾਈ ਪ੍ਰਪੋਜ਼ਲਸ ਇਨ ਦਾ ਬੇਸ ਆਫ ਕਰੈਕਟਰਿਸਟਿਕ ਕਿਹੜੇ ਕਰੈਕਟਰਿਸਟਿਕਸ ਨੇ
ਨੈਚੁਰਲ ਐਕਸੈਪਟੈਂਸ ਡਜ਼ ਨਾਟ ਚੇਂਜ ਵਿਦ ਟਾਈਮ, ਉਹ ਟਾਈਮ ਦੇ ਨਾਲ ਚੇਂਜ ਨਹੀਂ ਹੁੰਦੀ, ਉਹ ਕਿ ਇਨਵੈਰੀਐਂਟ ਹੈ। ਫॉर एग्जाम्पल ਆ ਨੈਚੁਰਲ ਐਕਸੈਪਟੈਂਸ ਫॉर ਟਰਸਟ ਰਿਸਪੈਕਟ, ਉਹ ਚੇਂਜ ਨਹੀਂ ਹੁੰਦੀ ਏਜ ਨਾਲ, ਆਪਾਂ ਜਿਹਦੀ ਰਿਸਪੈਕਟ ਸ਼ੁਰੂ ਤੋਂ ਕਰਦੇ ਆ ਰਹੇ ਹਾਂ ਆਪਾਂ ਉਹਦੀ ਹੁਣ ਵੀ ਕਰ ਰਹੇ ਹਾਂ। ਇਟ ਡਜ਼ ਨਾਟ ਡਿਪੈਂਡ ਅਪੋਨ ਦ ਪਲੇਸ, ਇਹ ਨਹੀਂ ਕਿ ਆਪਾਂ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਸ਼ਿਫਟ ਹੋਈਏ ਸਾਡੀ ਏਜ ਚੇਂਜ ਹੋਈ ਉਹਦੇ ਅਕੋਰਡਿੰਗ ਜਿਹੜੀ ਹੈ ਰਿਸਪੈਕਟ ਆਪਾਂ ਚੇਂਜ ਨਹੀਂ ਕਰ ਸਕਦੇ। ਠੀਕ ਹੈ, ਇਟ ਡਜ਼ ਨਾਟ ਡਿਪੈਂਡ ਔਨ ਆਰ ਬਿਲੀਵਸ ਔਰ ਪਾਸਟ ਕੰਡੀਸ਼ਨ, ਕੋਈ ਮੈਟਰ ਨਹੀਂ ਹੈ ਕਿ ਆਪਾਂ ਕਿੱਦਾਂ ਡੀਪਲੀ ਬਿਲੀਵ ਕਰਦੇ ਹਾਂ ਕਿਸੇ ਉੱਤੇ ਜਾਂ ਪਾਸਟ ਦੇ ਉੱਤੇ, ਆਪਾਂ ਜਿਹੜਾ ਵਾ ਜੋ ਸ਼ੁਰੂ ਤੋਂ ਚੱਲਦਾ ਆ ਰਿਹਾ ਆਪਾਂ ਉਹੀ ਕਰਦੇ ਹਾਂ। ਇਹ ਸਾਡੀ ਨੈਚੁਰਲ ਐਕਸੈਪਟੈਂਸ ਹੈ। ਦਿਸ ਨੈਚੁਰਲ ਐਕਸੈਪਟੈਂਸ ਇਜ਼ ਕॉन्स्टेंटली देयर, ਸਮਥਿੰਗ ਵੀ ਕੈਨ ਰੈਫਰ ਟੂ। ਨੈਚੁਰਲ ਐਕਸੈਪਟੈਂਸ ਕੀ ਹੈ, ਹਮੇਸ਼ਾ ਹੀ ਹੁੰਦੀ, ਮਤਲਬ ਆਪਣੇ ਅੰਦਰ ਇੱਕ ਫੀਲਿੰਗ ਆਉਂਦੀ ਹੈ ਕਿ ਇਹ ਚੀਜ਼ ਸਹੀ ਹੈਗੀ ਹੈ ਜਾਂ ਫਿਰ ਨਹੀਂ ਹੈਗੀ। ਨੈਚੁਰਲ ਐਕਸੈਪਟੈਂਸ ਕੀ ਹੈ, ਸੇਮ ਹੁੰਦੀ ਹੈ ਹਰ ਵਾਸਤੇ। ਇਟ ਇਜ਼ ਅ ਪਾਰਟ ਐਂਡ ਪਾਰਸਲ ਆਫ ਐਵਰੀ ਹਿਊਮਨ ਬੀਇੰਗ, ਇਟ ਇਜ਼ ਅ ਪਾਰਟ ਆਫ ਹਿਊਮਨਨੈਸ। ਮਤਲਬ ਡਿਫਰੈਂਟ ਚੀਜ਼ਾਂ ਨੇ, ਸਾਰੇ ਦੇ ਆਪਣੇ ਆਪਣੇ ਥਾਟਸ ਹੁੰਦੇ ਨੇ, ਆਪਾਂ ਲਾਈਕ ਕਰਦੇ ਡਿਸਲਾਈਕ ਕਰਦੇ ਹਾਂ, ਬਟ ਆਪਾਂ ਰਿਐਕਟ ਤਾਂ ਮੋਸਟਲੀ ਸੇਮ ਕਰਦੇ ਹਾਂ, ਸਾਡੇ ਮਾਈਂਡ ਦੇ ਅਕੋਰਡਿੰਗਲੀ ਕਰਦੇ ਹਾਂ। ਐਫਰਟਸ ਵੇਖਦੇ ਹਾਂ ਅਸੀਂ ਕਿ ਕਾਮਨ ਗੋਲ ਨੂੰ ਅਚੀਵ ਕਰਨ ਲਈ ਆਪਾਂ ਕਿੰਨੇ ਐਫਰਟਸ ਲਗਾ ਰਹੇ ਹਾਂ, ਕਿਹਨੂੰ ਰਿਸਪੈਕਟ ਕਰਨੀ ਹੈ ਕਿਹਨੂੰ ਨਹੀਂ ਕਰਨੀ। ਠੀਕ ਹੈ, ਵਟ ਇਜ਼ ਦ ਮੀਨਿੰਗ ਆਫ ਪ੍ਰੋਸਪੈਰਿਟੀ? ਪ੍ਰੋਸਪੈਰਿਟੀ ਕੀ ਹੁੰਦਾ? ਫੀਲਿੰਗ ਆਫ ਹੈਵਿੰਗ ਔਰ ਮੇਕਿੰਗ ਅਵੇਲੇਬਲ ਮੋਰ ਦੈਨ ਰਿਕਵਾਇਰਡ ਫਿਜ਼ੀਕਲ ਫੈਸਿਲਿਟੀਜ਼ ਇਜ਼ ਪ੍ਰੋਸਪੈਰਿਟੀ। ਮਤਲਬ ਕਿ ਸਾਡੇ ਕੋਲ ਜਿੰਨੀ ਅਮਾਊਂਟ ਵਿੱਚ ਸਾਨੂੰ ਜਿਹੜੀ ਚੀਜ਼ ਚਾਹੀਦੀ ਹੈ ਆਪਾਂ ਤੋਂ ਜ਼ਿਆਦਾ ਲੈ ਰਹੇ ਹਾਂ ਨਾ, ਉਹਨੂੰ ਅਸੀਂ ਬੋਲਦੇ ਹਾਂ ਪ੍ਰੋਸਪੈਰਿਟੀ। ਮਤਲਬ ਇਹਨੂੰ ਇੰਨਾ ਹੀ ਟਾਈਮ ਦੇਣਾ ਬਟ ਅਸੀਂ ਓਵਰ ਟਾਈਮ ਕਰ ਰਹੇ ਹਾਂ, ਉਹਨੂੰ ਅਸੀਂ ਬੋਲਾਂਗੇ ਪ੍ਰੋਸਪੈਰਿਟੀ। Almost all of us feel that wealth alone means prosperity and try to explain this phenomena on this non-existence or half fact। ਮਤਲਬ ਕਿ ਆਪਾਂ ਜੇ ਕਿਸੇ ਕੋਲ ਜ਼ਿਆਦਾ ਪੈਸੇ ਵੀ ਆ ਜਾਂਦੇ ਨੇ ਤਾਂ ਅਸੀਂ ਉਹਨੂੰ ਵੀ ਪ੍ਰੋਸਪੈਰਿਟੀ ਬੋਲਦੇ ਕਿ ਕਿਸੇ ਕੋਲ ਪੈਸੇ ਹੁੰਦੇ ਨੇ ਬਟ ਉਹ ਸ਼ੇਅਰ ਨਹੀਂ ਕਰਦਾ, ਜਾਂ ਕਿਸੇ ਕੋਲ ਨਹੀਂ ਹੁੰਦੇ, ਉਹ ਇੱਕ ਅਲੱਗ ਚੀਜ਼ ਹੁੰਦੀ ਹੈ। ਵੀ ਆਰ ਟਰਾਈਂਗ ਟੂ ਅਚੀਵ, ਆਪਾਂ ਹੈਪੀਨੈਸ ਅਚੀਵ ਕਰਨੀ ਹੈ, ਪ੍ਰੋਸਪੈਰਿਟੀ ਵੇਖਣੀ ਹੈ ਅਤੇ ਮੈਕਸੀਮਾਈਜ਼ ਕਰਨਾ ਸੀ, ਕੰਜ਼ੰਪਸ਼ਨ ਕਰਨੀ ਹੈ ਫਿਜ਼ੀਕਲ ਫੈਸਿਲਿਟੀਜ਼, ਜਾਂ ਐਂਟੀ ਇਕੋਲੋਜੀਕਲ ਜਾਂ ਐਂਟੀ ਪੀਪਲ, ਇਹ ਥ੍ਰੈਟਨਿੰਗ ਹੋ ਜਾਂਦੀ ਹੈ ਹਿਊਮਨ ਸਰਵਾਈਵਲ ਵਾਸਤੇ। ਆਈਡੈਂਟੀਫਾਈ ਕਰਨਾ ਵਾ ਰਿਕਵਾਇਰਡ ਕੁਆਂਟਿਟੀ, ਕਿੰਨੀ ਕੁਆਂਟਿਟੀ ਦੇ ਵਿੱਚ ਸਾਨੂੰ ਕਿਹੜੀ ਚੀਜ਼ ਚਾਹੀਦੀ ਹੈ। ਇਨਸ਼ੋਰ ਕਰਨਾ ਵਾ ਕਿ ਕਿੰਨਾ ਚੀਜ਼ ਅਵੇਲੇਬਲ ਹੈਗੀ ਹੈ ਅਤੇ ਕਿੰਨੀ ਅਸੀਂ ਪ੍ਰੋਡਕਸ਼ਨ ਕਰਨੀ ਹੈ, ਇੱਕ ਲਿਮਿਟ ਦੇ ਵਿੱਚ ਵੇਖਣੀ ਹੈ ਫਿਜ਼ੀਕਲ ਫੈਸਿਲਿਟੀਜ਼ ਨੂੰ। ਠੀਕ ਹੈ, ਵਟ ਇਜ਼ ਦ ਡਿਫਰੈਂਸ ਬਿਟਵੀਨ ਪ੍ਰੋਸਪੈਰਿਟੀ ਐਂਡ ਵੈਲਥ, ਜਾਂ ਵਟ ਇਜ਼ ਮੋਰ ਐਕਸੈਪਟੇਬਲ ਟੂ ਅਸ ਐਂਡ ਵਾਈ? ਆਪਾਂ ਸਮਝਦੇ ਕਿ ਪ੍ਰੋਸਪੈਰਿਟੀ ਕੀ ਹੁੰਦੀ ਹੈ, ਵੈਲਥ ਕੀ ਹੁੰਦੀ ਹੈ, ਉਹਨਾਂ ਦੇ ਵਿੱਚ ਡਿਫਰੈਂਸ ਕੀ ਹੈ। ਪ੍ਰੋਸਪੈਰਿਟੀ ਇਜ਼ ਅ ਫੀਲਿੰਗ ਆਫ ਹੈਵਿੰਗ ਮੋਰ ਦੈਨ ਰਿਕਵਾਇਰਡ ਫੈਸਿਲਿਟੀਜ਼। ਪ੍ਰੋਸਪੈਰਿਟੀ ਹੈ ਕਿ ਜਿਹੜੀ ਚੀਜ਼ ਸਾਨੂੰ ਚਾਹੀਦੀ ਸਾਨੂੰ ਉਹ ਤੋਂ ਜ਼ਿਆਦਾ ਮਿਲ ਰਹੀ ਹੈ, ਉਹਨੂੰ ਪ੍ਰੋਸਪੈਰਿਟੀ ਬੋਲਦੇ ਆ। ਇਟ ਇਜ਼ ਨਾਟ ਜਸਟ ਅ ਫਿਜ਼ੀਕਲ ਫੈਸਿਲਿਟੀਜ਼। ਆਲਮੋਸਟ ਆਪਾਂ ਸਾਰਿਆਂ ਨੇ ਫੀਲ ਕੀਤੀ ਹੈ ਇਹ ਚੀਜ਼, ਫਿਨੋਮੀਨਾ ਨੂੰ ਫੀਲ ਕੀਤਾ ਵਾ। ਵੈਲਥ ਇੱਕ ਫਿਜ਼ੀਕਲ ਥਿੰਗ ਹੈ, ਮਤਲਬ ਸਾਡੇ ਕੋਲ ਮਨੀ ਹੈ ਜਾਂ ਲੋਟ ਆਫ ਫਿਜ਼ੀਕਲ ਫੈਸਿਲਿਟੀਜ਼ ਹੈਗੀਆਂ ਵਾ। ਸੋ ਇਹਦੇ 'ਚ ਇੰਪੋਰਟੈਂਟ ਡਿਸਟਿੰਕਸ਼ਨ ਹੈਗੀ ਹੈ। ਵੈਲਥ ਦਾ ਮਤਲਬ ਕਿ ਸਾਡੇ ਕੋਲ ਚੀਜ਼ ਹੈਗੀ ਹੈ, ਬਟ ਪ੍ਰੋਸਪੈਰਿਟੀ ਦਾ ਮਤਲਬ ਹੈ ਕਿ ਸਾਡੇ ਕੋਲ ਜ਼ਿਆਦਾ ਅਮਾਊਂਟ ਵਿੱਚ ਹੈਗੀ ਹੈ, ਓਵਰ ਵਿੱਚ ਹੈਗੀ ਹੈ। ਵੀ ਕੀਪ ਵਰਕਿੰਗ ਔਰ ਫॉर ਵੈਲਥ, ਆਪਾਂ ਵੈਲਥ ਵਾਸਤੇ ਪੈਸੇ ਵਾਸਤੇ ਹੀ ਤਾਂ ਕੰਮ ਕਰਦੇ ਹਾਂ ਬਿਨਾਂ ਰਿਅਲਾਈਜ਼ ਕੀਤੇ ਕਿ ਸਾਨੂੰ ਕਿੰਨੀ ਕੁ ਚਾਹੀਦੀ ਹੈ। ਪ੍ਰੋਸਪੈਰਿਟੀ ਇਜ਼ ਮੋਰ ਐਕਸੈਪਟੇਬਲ ਟੂ ਅਸ ਬਿਕਾਜ਼ ਵੈਲਥ ਇਜ਼ ਜਸਟ ਅ ਪਾਰਟ ਆਫ ਪ੍ਰੋਸਪੈਰਿਟੀ। ਪ੍ਰੋਸਪੈਰਿਟੀ ਲੋਕ ਜ਼ਿਆਦਾ ਐਕਸੈਪਟ ਕਰਦੇ ਨੇ, ਮਤਲਬ ਸਾਨੂੰ ਹੁੰਦਾ ਕਿ ਸਾਡੇ ਕੋਲ ਮਤਲਬ ਜਿੰਨੇ ਪੈਸੇ ਹੁੰਦੇ ਨੇ ਸਾਨੂੰ ਹੁੰਦਾ ਆਪਾਂ ਹੋਰ ਲਈਏ ਹੋਰ ਲਈਏ ਹੋਰ ਲਈਏ। ਸੋ ਉਹ ਚੀਜ਼ ਹੈ। ਸੋ ਵੈਲਥ ਜਸਟ ਇੱਕ ਪਾਰਟ ਹੈਗਾ ਹੈ ਪ੍ਰੋਸਪੈਰਿਟੀ ਦਾ। ਵੀ ਆਪਾਂ ਹੈਪੀਨੈਸ ਨੂੰ ਅਚੀਵ ਕਰਨਾ ਵਾ, ਬਟ ਆਪਾਂ ਕੰਜ਼ੰਪਸ਼ਨ ਵੀ ਤਾਂ ਕਰਨੀ ਹੈ ਫਿਜ਼ੀਕਲ ਫੈਸਿਲਿਟੀਜ਼ ਦੀ। ਇਫ ਵਨ ਫੈਲਟ ਪ੍ਰੋਸਪੈਰਸ ਸ਼ੀ ਵੁਡ ਹੈਵ ਸ਼ੇਅਰਡ ਵਨ ਹੈਜ਼। ਮਤਲਬ ਜੇ ਤਾਂ ਆਪਾਂ ਫੀਲ ਕਰਦੇ ਪਿਆ ਪ੍ਰੋਸਪੈਰਸ ਤਾਂ ਸਾਨੂੰ ਆਪਣੀ ਚੀਜ਼ਾਂ ਨੂੰ ਸ਼ੇਅਰ ਕਰਨਾ ਚਾਹੀਦਾ ਵਾ। ਸਾਡੇ ਕੋਲ ਬਹੁਤ ਚੀਜ਼ਾਂ ਹੁੰਦੀਆਂ ਵਾ ਜਿਹੜੀਆਂ ਆਪਾਂ ਸ਼ੇਅਰ ਕਰ ਸਕਦੇ ਹਾਂ। ਵਟ ਇਜ਼ ਯਰ ਪ੍ਰੈਜੈਂਟ ਵਿਜ਼ਨ ਆਫ ਅ ਹੈਪੀ ਐਂਡ ਪ੍ਰੋਸਪੈਰਸ ਲਾਈਫ ਲਈ ਸਾਨੂੰ ਕੀ ਚਾਹੀਦਾ ਵਾ? ਆਪਾਂ ਹੈਪੀਨੈਸ ਪ੍ਰੋਸਪੈਰਿਟੀ ਨੂੰ ਅਚੀਵ ਕਰਨ ਵਾਸਤੇ ਆਪਾਂ ਕੀ ਅਜ਼ਿਊਮ ਕਰਦੇ ਹਾਂ, ਅਕਮੂਲੇਸ਼ਨ ਕਰਦੇ ਹਾਂ, ਕੰਜ਼ੰਪਸ਼ਨ ਕਰਦੇ ਹਾਂ ਫਿਜ਼ੀਕਲ ਫੈਸਿਲਿਟੀਜ਼ ਦੀ। ਕੌਨਸੀਕੁਐਂਸਿਸ ਕੀ ਨੇ ਕਿ ਇੰਡੀਵਿਜੂਅਲ ਦੇ ਲੈਵਲ ਦੇ ਉੱਤੇ ਕੀ ਪ੍ਰੋਬਲਮਸ ਆਉਂਦੀਆਂ ਕਿ ਪੀਪਲ ਜਿਹੜੇ ਨੇ ਜ਼ਿਆਦਾ ਡਿਪਰੈਸ਼ਨ ਵਿੱਚ ਚਲੇ ਜਾਂਦੇ ਨੇ, ਸੁਸਾਈਡ, ਸਟਰੈਸ, ਇਨਸਿਕਿਉਰਿਟੀ ਹੋ ਜਾਂਦੀ ਹੈ। ਫੈਮਿਲੀ ਦੇ ਵਿੱਚ ਜਿਵੇਂ ਕਿ ਬ੍ਰੇਕਿੰਗ ਹੋ ਜਾਂਦੀ, ਫੈਮਲੀਜ਼ ਟੁੱਟ ਜਾਂਦੀਆਂ, ਮਿਸਟਰਸਟ ਹੋ ਜਾਂਦੇ, ਕੌਨਫਲਿਕਟਸ ਹੋ ਜਾਂਦੇ ਨੇ ਵੱਡੇ ਭੈਣ ਭਰਾਵਾਂ ਦੇ ਵਿੱਚ, ਡਿਵੋਰਸ, ਡਾਰੀ। ਸੋਸਾਇਟੀ ਦੇ ਲੈਵਲਸ ਦੇ ਉੱਤੇ ਕੀ ਕਿ ਲੜਾਈ ਵਗੈਰਾ ਹੋ ਜਾਂਦੀ ਹੈ, ਕੋਈ ਐਥਨਿਕ ਸਟਰਗਲ ਹੈ, ਵਾਰ ਹੋ ਜਾਂਦੇ ਨੇ ਬਿਟਵੀਨ ਨੇਸ਼ਨਸ। ਐਟ ਦ ਲੈਵਲ ਆਫ ਨੇਚਰ ਦੇ ਵਿੱਚ ਕਿ ਗਲੋਬਲ ਵਾਰਮਿੰਗ ਹੋ ਗਈ, ਕੋਈ ਡਰੌਟ ਆ ਗਿਆ, ਕੋਈ ਫਲੱਡਸ ਆ ਗਏ, ਇਸ ਤਰੀਕੇ ਨਾਲ ਮਿਨਰਲਸ ਵਗੈਰਾ ਪੋਲਿਊਸ਼ਨ ਹੋ ਗਿਆ, ਇਹ ਚੀਜ਼ ਆ ਜਾਂਦੀ ਹੈ। ਵਟ ਡੂ ਦ ਐਬਰੀਵੇਸ਼ਨਸ ਗਿਵਨ ਐਸ SVDD, SSDD ਐਂਡ SSSS ਸਿਗਨੀਫਾਈ? ਬੇਸਿਕ ਐਸਪੀਰੇਸ਼ਨਸ ਨੂੰ ਅਚੀਵ ਕਰਨ ਲਈ ਆਪਾਂ ਸਾਨੂੰ ਕਿ ਰਾਈਟ ਅੰਡਰਸਟੈਂਡਿੰਗ ਹੋਣੀ ਚਾਹੀਦੀ ਹੈ ਕਿ ਆਪਾਂ ਕਿਸ ਤਰੀਕੇ ਦੇ ਨਾਲ ਰਿਲੇਸ਼ਨਸ਼ਿਪਸ ਦੇ ਨਾਲ ਜਿਹੜਾ ਵਾ ਕੰਮ ਕਰਨਾ ਵਾ। ਠੀਕ ਹੈ, ਦੋਜ਼ ਡੂ ਨਾਟ ਹੈਵ ਫਿਜ਼ੀਕਲ ਫੈਸਿਲਿਟੀਜ਼, ਵੈਲਥ ਐਂਡ ਫੀਲ ਅਨਹੈਪੀ ਐਂਡ ਡਿਪਰਾਈਵ। ਮਤਲਬ ਜਿਨ੍ਹਾਂ ਦੇ ਕੋਲ ਫਿਜ਼ੀਕਲ ਫੈਸਿਲਿਟੀਜ਼ ਵੀ ਨਹੀਂ ਹੈਗੀਆਂ ਅਤੇ ਉਹ ਖੁਸ਼ੀ ਵੀ ਨਹੀਂ ਹੈਗੇ, ਮਤਲਬ ਨਾ ਉਹਨਾਂ ਕੋਲ ਫੈਸਿਲਿਟੀਜ਼ ਹੈ ਤੋਂ ਉਹ ਦੁਖੀ ਨੇ, ਉਹਨਾਂ ਨੂੰ ਅਸੀਂ ਬੋਲਦੇ ਹਾਂ ਸਾਧਨ ਵਿਹੀਨ ਦੁਖੀ ਦਰਿਦਾ, SVDD। ਮਤਲਬ ਕਿ ਸਾਧਨ ਵੀ ਨਹੀਂ ਹੈਗੇ, ਫੈਸਿਲਿਟੀਜ਼ ਵੀ ਨਹੀਂ ਹੈਗੀਆਂ ਅਤੇ ਦੁਖੀ ਵੀ ਨੇ। ਦੈਟ ਇਜ਼ ਦੀ ਮਟੀਰੀਅਲੀ ਡੈਫੀਸ਼ੀਐਂਟ, ਅਨਹੈਪੀ ਐਂਡ ਡਿਪਰਾਈਵਡ।
ਦੋਜ਼ ਹੈਵ ਫਿਜ਼ੀਕਲ ਫੈਸਿਲਿਟੀਜ਼ ਵੈਲਥ ਐਂਡ ਫੀਲ ਅਨਹੈਪੀ, ਜਿਨ੍ਹਾਂ ਦੇ ਕੋਲ ਫੈਸਿਲਿਟੀਜ਼ ਵੀ ਹੈਗੀਆਂ ਵੇ ਤਾਂ ਵੀ ਦੁਖੀ ਨੇ, ਉਹਨਾਂ ਨੂੰ ਅਸੀਂ ਬੋਲਦੇ ਹਾਂ SSDD, ਦੈਟ ਇਜ਼ ਦੀ ਸਾਧਨ ਸੰਪੰਨ, ਮਤਲਬ ਸਾਧਨ ਪੂਰੇ ਨੇ, ਫੈਸਿਲਿਟੀਜ਼ ਪੂਰੀਆਂ ਨੇ, ਬਟ ਸਟਿਲ ਉਹ ਕੀ ਹੈ, ਦੁਖੀ ਨੇ, ਦੁਖੀ ਦਰੀਦਾ, ਮਟੀਰੀਅਲੀ ਐਫਲੂਐਂਟ, ਅਨਹੈਪੀ ਐਂਡ ਡਿਪਰਾਈਵਡ। ਨੈਕਸਟ ਇਜ਼ ਹੈਵਿੰਗ ਫਿਜ਼ੀਕਲ ਫੈਸਿਲਿਟੀਜ਼ ਐਂਡ ਫੀਲਿੰਗ ਹੈਪੀ ਐਂਡ ਪ੍ਰੋਸਪਰ, ਜਿਨ੍ਹਾਂ ਕੋਲ ਫਿਜ਼ੀਕਲ ਫੈਸਿਲਿਟੀਜ਼ ਵੀ ਨੇ ਅਤੇ ਹੈਪੀ ਵੀ ਨੇ, ਉਹਨਾਂ ਨੂੰ ਅਸੀਂ ਬੋਲਦੇ ਹਾਂ SSSS, ਦੈਟ ਇਜ਼ ਦੀ ਸਾਧਨ ਸੰਪੰਨ ਸੁਖੀ ਸਮਰਿੱਧਾ, ਸਾਧਨ ਵੀ ਨੇ, ਫੈਸਿਲਿਟੀਜ਼ ਵੀ ਨੇ ਅਤੇ ਸੁਖੀ ਵੀ ਨੇ, ਮਟੀਰੀਅਲੀ ਐਜੂਕੇਟ, ਹੈਪੀ ਐਂਡ ਪ੍ਰੋਸਪੈਰਸ। ਫਿਜ਼ੀਕਲ ਫੈਸਿਲਿਟੀਜ਼ ਆਰ ਨੈਸੈਸਰੀ ਐਂਡ ਕੰਪਲੀਟ ਫॉर ਐਨੀਮਲ, ਫਿਜ਼ੀਕਲ ਫੈਸਿਲਿਟੀਜ਼ ਜਿਹੜੀਆਂ ਵੇ ਨੈਸੈਸਰੀ ਹੈ ਅਤੇ ਐਨੀਮਲਸ ਲਈ ਕੰਪਲੀਟ ਹੈ, ਬਟ ਉਹ ਜਿਹੜੀਆਂ ਵੇ ਹਿਊਮਨਸ ਲਈ ਵੀ ਨੈਸੈਸਰੀ ਨੇ, ਬਟ ਹਿਊਮਨਸ ਲਈ ਉਹ ਫੈਸਿਲਿਟੀਜ਼ ਕੰਪਲੀਟ ਨਹੀਂ ਹੈ, ਕਿਉਂਕਿ ਹਿਊਮਨਸ ਨੂੰ ਇੱਕ ਚੀਜ਼ ਪੂਰੀ ਹੁੰਦੀ ਹੈ ਅਤੇ ਹਿਊਮਨਸ ਨੂੰ ਹੁੰਦਾ ਸਾਨੂੰ ਇੱਕ ਚੀਜ਼ ਹੋਰ ਮਿਲ ਜਾਵੇ, ਇਸ ਤਰ੍ਹਾਂ ਹਿਊਮਨ ਦੀਆਂ ਜਿਹੜੀਆਂ ਵੇ ਨੀਡਸ ਆਫ ਕਦੀ ਕੰਪਲੀਟ ਹੁੰਦੀਆਂ ਹੀ ਨਹੀਂ ਹੈ। ਫਿਜ਼ੀਕਲ ਫੈਸਿਲਿਟੀਜ਼ ਆਰ ਨੈਸੈਸਰੀ ਐਂਡ ਕੰਪਲੀਟ ਫॉर ਐਨੀਮਲਸ ਵਾਈਲ ਦੇ ਆਰ ਨੈਸੈਸਰੀ ਬਟ ਨਾਟ ਕੰਪਲੀਟ ਫॉर ਹਿਊਮਨਸ। ਆਪਾਂ ਈਜ਼ਲੀ ਇਸ ਚੀਜ਼ ਨੂੰ ਵੈਰੀਫਾਈ ਕਰ ਸਕਦੇ ਹਾਂ, ਜਿਵੇਂ ਕਿ ਐਨੀਮਲਸ ਦੇ ਵਿੱਚ ਕੀ ਹੈ ਕਿ ਐਨੀਮਲ ਨੂੰ ਫਿਜ਼ੀਕਲ ਫੈਸਿਲਿਟੀਜ਼ ਮਿਲਦੀਆਂ ਵੇ, ਜਿਵੇਂ ਕਿ ਉਹਨਾਂ ਨੇ ਸਰਵਾਈਵ ਕਰਨਾ, ਆਪਣੀ ਬਾਡੀ ਦੀ ਕੇਅਰ ਕਰਨੀ ਹੈ, ਮੇਨਲੀ ਉਹਨਾਂ ਨੂੰ ਖਾਣ ਵਾਸਤੇ ਚਾਹੀਦਾ, ਜਿਵੇਂ ਕਾਓ ਹੈ, ਉਹ ਹੰਗਰੀ, ਉਹਨੇ ਕੁਝ ਖਾ ਲਿੱਤਾ ਅਤੇ ਹੁਣ ਜਦੋਂ ਫਰੀ ਟਾਈਮ ਹੋਏਗਾ, ਲੇਜਰ ਟਾਈਮ ਮਿਲੇਗਾ, ਉਹਨੇ ਉਹੀ ਚੀਜ਼ ਨੂੰ ਜਿਹੜਾ ਵੇ ਖਾਈ ਜਾਣਾ, ਉਹਨਾਂ ਨੂੰ ਕੋਈ ਡਿਗਰੀ ਨਹੀਂ ਚਾਹੀਦੀ, ਕੋਈ MBA ਸੋਸਾਇਟੀ, ਕੋਈ ਨੌਲੇਜ, ਕੋਈ ਇੱਦਾਂ ਦੀ ਚੀਜ਼ ਨਹੀਂ ਚਾਹੀਦੀ, ਬਟ ਜਿਹੜੇ ਹਿਊਮਨਸ ਹੈ ਉਹਨਾਂ ਦੀਆਂ ਫੁੱਲਫਿਲ ਨਹੀਂ ਹੁੰਦੀਆਂ ਨੀਡਸ ਨੂੰ, ਕਿਉਂਕਿ ਉਹਨਾਂ ਦੇ ਕੋਲ ਜਿਵੇਂ TV ਪਲਾਨਸ ਨੇ, TVs ਹੈ, ਮੂਵੀਜ਼ ਦੇਖਣੀਆਂ ਵੇ, ਬੁੱਕ ਰੀਡਿੰਗ ਕਰਨੀ ਹੈ, ਕਾਲਜ ਜਾਣਾ ਵੇ, ਟਾਈਮ ਸਪੈਂਡ ਕਰਨਾ ਹੈ ਫੈਮਲੀਜ਼ ਨਾਲ, ਫਰੈਂਡਸ ਦੇ ਨਾਲ, ਹੋਰ ਵੀ ਬਹੁਤ ਕੁਝ, ਉਹਨਾਂ ਦੀ ਲਿਸਟ ਹੀ ਜਿਹੜੀ ਐਂਡਲੈਸ ਹੈ। ਇਸ ਕਰਕੇ ਜਿਹੜੀਆਂ ਐਨੀਮਲਸ ਦੀਆਂ ਨੀਡਸ ਕੰਪਲੀਟਿਡ ਨੇ, ਬਟ ਹਿਊਮਨਸ ਜਿਹੜੇ ਨੇ ਉਹ ਕੰਪਲੀਟ ਨਹੀਂ ਹੈ ਉਹਨਾਂ ਦੀਆਂ ਨੀਡਸ, ਕਿਉਂਕਿ ਉਹਨਾਂ ਦੀ ਲਿਸਟ ਕਦੀ ਕੰਪਲੀਟ ਹੀ ਨਹੀਂ ਹੁੰਦੀ, ਕਦੀ ਉਹਨਾਂ ਨੂੰ ਇਹ ਚਾਹੀਦਾ, ਕਦੀ ਉਹਨਾਂ ਨੂੰ ਉਹ ਚਾਹੀਦਾ। ਇਸ ਕਰਕੇ ਆਪਾਂ ਕਹਿ ਸਕਦੇ ਹਾਂ ਕਿ ਐਨੀਮਲਸ ਲਈ ਕਿ ਫਿਜ਼ੀਕਲ ਫੈਸਿਲਿਟੀਜ਼ ਨੈਸੈਸਰੀ ਹੈ ਅਤੇ ਕੰਪਲੀਟ ਹੈ, ਬਟ ਹਿਊਮਨਸ ਲਈ ਫਿਜ਼ੀਕਲ ਫੈਸਿਲਿਟੀਜ਼ ਨੈਸੈਸਰੀ ਹੈ ਬਟ ਕੰਪਲੀਟ ਨਹੀਂ ਹੈ। ਵਟ ਆਰ ਦ ਰਿਕੁਆਇਰਮੈਂਟਸ ਟੂ ਫੁਲਫਿਲ ਬੇਸਿਕ ਹਿਊਮਨ ਐਸਪੀਰੇਸ਼ਨਸ, ਹਿਊਮਨ ਦੀਆਂ ਨੀਡਸ ਨੂੰ, ਐਸਪੀਰੇਸ਼ਨਸ ਨੂੰ ਫੁਲਫਿਲ ਕਰਨ ਲਈ ਕਿਹੜੀਆਂ ਰਿਕੁਆਇਰਮੈਂਟਸ ਜ਼ਰੂਰੀ ਨੇ, ਜਾਂ ਫਿਰ ਬੇਸਿਕ ਰਿਕੁਆਇਰਮੈਂਟਸ ਕੀ ਹੈਗੀਆਂ ਵੇ ਹਿਊਮਨ ਦੀਆਂ ਐਸਪੀਰੇਸ਼ਨਸ ਲਈ। ਆਰ ਬੇਸਿਕ ਐਸਪੀਰੇਸ਼ਨ ਆਰ ਹੈਪੀਨੈਸ, ਸਾਡੀ ਬੇਸਿਕ ਐਸਪੀਰੇਸ਼ਨ ਕੀ ਹੈ, ਹੈਪੀਨੈਸ, ਕਿ ਆਪਾਂ ਖੁਸ਼ ਹੋਣੇ ਚਾਹੀਦੇ ਹਾਂ, ਪ੍ਰੋਸਪੈਰਿਟੀ, ਕਿ ਸਾਰਿਆਂ ਨੂੰ ਹੁੰਦਾ ਕਿ ਸਾਨੂੰ ਆਪਣੀ ਲੋੜ ਨਾਲੋਂ ਵੱਧ ਚਾਹੀਦਾ ਵਾ। ਹੈਪੀਨੈਸ ਇਜ਼ ਇਨਸ਼ੋਰਡ ਬਾਈ ਦ ਰਿਲੇਸ਼ਨਸ਼ਿਪ ਵਿਦ ਅਦਰ ਹਿਊਮਨ ਬੀਇੰਗ ਐਜ਼ ਪ੍ਰੋਸਪੈਰਿਟੀ ਇਜ਼ ਇਨਸ਼ੋਰਡ ਬਾਈ ਵਰਕਿੰਗ ਔਨ ਫਿਜ਼ੀਕਲ ਫੈਸਿਲਿਟੀਜ਼। ਹੈਪੀਨੈਸ ਆਉਂਦੀ ਹੈ ਸਾਡੇ ਜਦੋਂ ਅਦਰ ਪੀਪਲ ਦੇ ਨਾਲ ਗੁੱਡ ਰਿਲੇਸ਼ਨ ਹੁੰਦਾ ਵਾ, ਪ੍ਰੋਸਪੈਰਿਟੀ ਆਉਂਦੀ ਹੈ ਜਦੋਂ ਸਾਡੇ ਕੋਲ ਫਿਜ਼ੀਕਲ ਫੈਸਿਲਿਟੀਜ਼ ਹੁੰਦੀਆਂ ਵਾ, ਠੀਕ ਹੈ। ਹੁਣ ਬੇਸਿਕ ਰਿਕੁਆਇਰਮੈਂਟਸ ਕਿ ਰਾਈਟ ਅੰਡਰਸਟੈਂਡਿੰਗ ਹੋਣੀ ਚਾਹੀਦੀ ਸਾਨੂੰ, ਆਪਾਂ ਹਰ ਇੱਕ ਦੇ ਨਾਲ ਜਿਹੜਾ ਵਾ ਇੱਕ ਪ੍ਰੋਪਰ ਬੈਟਰ ਰਿਲੇਸ਼ਨਸ਼ਿਪ ਬਣਾਉਣਾ ਵਾ, ਸਾਨੂੰ ਜਿਹੜੇ ਵਾ ਨੀਡਸ ਨੂੰ ਪਤਾ ਹੋਣਾ ਚਾਹੀਦਾ ਵਾ, ਲਰਨ ਕਰਨਾ, ਯੂਟੀਲਾਈਜ਼ ਕਰਨਾ ਆਪਣੀ ਇੰਟੈਲੀਜੈਂਸ ਨੂੰ, ਉਸ ਨਾਲ ਗੁੱਡ ਰਿਲੇਸ਼ਨਸ਼ਿਪ ਹੋਣਾ ਚਾਹੀਦਾ ਵਾ ਹਰ ਇੱਕ ਪਰਸਨ ਦੇ ਨਾਲ, ਵਰਕ ਪਲੇਸ, ਸੋਸਾਇਟੀ, ਹੋਮ, ਕਾਲਜ, ਸਕੂਲ। ਫਿਜ਼ੀਕਲ ਫੈਸਿਲਿਟੀਜ਼ ਦੇ ਵਿੱਚ ਕੀ ਹੈ ਕਿ ਆਪਣੀਆਂ ਜਿਹੜੀਆਂ ਨੈਸੈਸਿਟੀਜ਼ ਨੇ, ਆਪਾਂ ਕੰਫਰਟਸ ਨੇ ਲਾਈਫ ਦੇ, ਆਪਾਂ ਉਹਨਾਂ ਨੂੰ ਫੁਲਫਿਲ ਕਰਨਾ ਹੈ, ਸਾਨੂੰ ਜਿਹੜੇ ਆ ਉਹਨਾਂ ਦੀ ਲੋੜ ਹੈਗੀ ਹੈ, ਠੀਕ ਹੈ। ਇਨ ਆਰਡਰ ਟੂ ਰਿਜ਼ੋਲਵ ਕਰਨਾ ਕਿਸੇ ਇਸ਼ੂ ਨੂੰ ਹਿਊਮਨ ਰਿਲੇਸ਼ਨਸ਼ਿਪ ਦੇ ਵਿੱਚ, ਸਾਨੂੰ ਪਹਿਲਾਂ ਮਤਲਬ ਕਿਸੇ ਵੀ ਲੜਾਈ ਝਗੜੇ ਨੂੰ, ਕਿਸੇ ਵੀ ਇਸ਼ੂ ਨੂੰ ਸੋਲਵ ਕਰਨ ਲਈ ਸਾਨੂੰ ਪਹਿਲਾਂ ਉਹਨੂੰ ਸਮਝਣਾ ਪਏਗਾ, ਰਾਈਟ ਅੰਡਰਸਟੈਂਡਿੰਗ ਹੋਣੀ ਚਾਹੀਦੀ ਹੈ, ਫਿਰ ਹੀ ਆਪਾਂ ਜਿਹੜਾ ਉਹਨੂੰ ਸੋਲਵ ਕਰ ਸਕਦੇ ਹਾਂ, ਪ੍ਰੋਪਰਲੀ ਰਾਈਟ ਅੰਡਰਸਟੈਂਡਿੰਗ ਹੋਏਗੀ ਅਤੇ ਫਿਰ ਇਸ ਚੀਜ਼ 'ਤੇ ਵਰਕ ਕਰ ਸਕਦੇ ਹਾਂ, ਬੇਸਿਕ ਰਿਕੁਆਇਰਮੈਂਟਸ ਵੇਖ ਸਕਦੇ ਹਾਂ ਅਤੇ ਇਹਨੂੰ ਡਿਸਟਿੰਗੁਇਸ਼ ਕਰ ਸਕਦੇ ਹਾਂ। ਐਨੀਮਲ ਅਤੇ ਹਿਊਮਨ ਕੌਨਸ਼ੀਅਸਨੈਸ ਦੇ ਤੋਂ ਸਾਨੂੰ ਕੀ ਪਤਾ ਲੱਗਦਾ ਵਾ, ਜਾਂ ਡਿਸਟਿੰਗੁਇਸ਼ ਕਰੋ ਹਿਊਮਨ ਅਤੇ ਐਨੀਮਲ ਦੇ ਵਿੱਚ, ਜਾਂ ਫਿਰ ਸਿਕਸ਼ਾ ਐਂਡ ਸੰਸਕਾਰ ਕਿੱਦਾਂ ਹੈਲਪਫੁਲ ਨੇ ਇੱਕ ਹਿਊਮਨ ਵਾਸਤੇ। ਗਿਵਿੰਗ ਆਲ ਪ੍ਰਾਇਓਰਿਟੀਜ਼ ਟੂ ਫਿਜ਼ੀਕਲ ਫੈਸਿਲਿਟੀਜ਼ ਓਨਲੀ, ਮਤਲਬ ਸਾਰੀਆਂ ਪ੍ਰਾਇਓਰਿਟੀ ਫਿਜ਼ੀਕਲ ਫੈਸਿਲਿਟੀ ਨੂੰ ਦੇ ਦਾਂਗੇ ਅਸੀਂ, ਜਾਂ ਅਸੀਂ ਆਪਣੇ ਉੱਤੇ ਨਹੀਂ ਵੇਖਾਂਗੇ ਤਾਂ ਉਹਨੂੰ ਅਸੀਂ ਐਨੀਮਲ ਕੌਨਸ਼ੀਅਸਨੈਸ ਬੋਲਦੇ ਹਾਂ। ਬਟ ਜਦੋਂ ਆਪਾਂ ਅੰਡਰਸਟੈਂਡਿੰਗ ਵੀ ਦੇਖਣੀ ਹੈ, ਰਿਲੇਸ਼ਨਸ਼ਿਪ ਵੀ ਦੇਖਣੀ ਹੈ ਅਤੇ ਫਿਜ਼ੀਕਲ ਫੈਸਿਲਿਟੀਜ਼ ਵੀ ਦੇਖਣੀ, ਉਹਨੂੰ ਅਸੀਂ ਬੋਲਦੇ ਹਾਂ ਹਿਊਮਨ ਕੌਨਸ਼ੀਅਸਨੈਸ, ਠੀਕ ਹੈ। ਇਹ ਡਾਇਗਰਾਮ ਤੋਂ ਅਸੀਂ ਕੀ ਕਹਿ ਸਕਦੇ ਹਾਂ ਕਿ ਐਨੀਮਲ ਵਾਸਤੇ ਕੀ ਹੈ, ਫਿਜ਼ੀਕਲ ਫੈਸਿਲਿਟੀ ਨੈਸੈਸਰੀ ਵੀ ਹੈ, ਕੰਪਲੀਟ ਵੀ ਹੈ, ਬਟ ਹਿਊਮਨ ਲਈ ਨੈਸੈਸਰੀ ਹੈ, ਕੰਪਲੀਟ ਨਹੀਂ ਹੈ। ਫਿਜ਼ੀਕਲ ਫੈਸਿਲਿਟੀਜ਼ 'ਤੇ ਜਿਹੜਾ ਵਾ ਸਿਰਫ ਐਨੀਮਲ ਕੰਮ ਕਰ ਸਕਦੇ ਆ, ਬਟ ਹਿਊਮਨਸ ਲਈ ਸਾਨੂੰ ਅੰਡਰਸਟੈਂਡਿੰਗ ਵੀ ਹੋਣੀ ਚਾਹੀਦੀ ਹੈ, ਪ੍ਰਾਇਓਰਿਟੀ ਪਤਾ ਹੋਣੀ ਚਾਹੀਦੀ ਹੈ, ਰਿਲੇਸ਼ਨਸ਼ਿਪ ਦੀ ਰਾਈਟ ਅੰਡਰਸਟੈਂਡਿੰਗ ਹੋਣੀ ਚਾਹੀਦੀ ਹੈ, ਫਿਜ਼ੀਕਲ ਫੈਸਿਲਿਟੀਜ਼ ਪਤਾ ਹੋਣੀ ਚਾਹੀਦੀਆਂ। ਨੀਡ ਹੈਗੀ ਹੈ ਟ੍ਰਾਂਸਫਾਰਮ ਕਰਨ ਦੀ ਐਨੀਮਲ ਕੌਨਸ਼ੀਅਸਨੈਸ ਟੂ ਹਿਊਮਨ ਕੌਨਸ਼ੀਅਸਨੈਸ ਦੇ ਵਿੱਚ। ਆਪਾਂ ਵੇਖਦੇ ਕਿ ਸਾਡੀ ਫਸਟ ਪ੍ਰਾਇਓਰਿਟੀ ਕੀ ਹੈ, ਆਪਾਂ ਕਿਹਦੇ ਉੱਤੇ ਪਹਿਲੇ ਕੰਮ ਕਰਨਾ ਵਾ, ਕਿਹੜੀ ਚੀਜ਼ ਅਸੀਂ ਪਹਿਲੇ ਦੇਖਣੀ ਹੈ। ਟ੍ਰਾਂਸਫੋਰਮੇਸ਼ਨ ਹੈਗੀ ਜਿਹੜੀ ਐਨੀਮਲ ਟੂ ਹਿਊਮਨ ਦੇ ਵਿੱਚ, ਉਹ ਹਿਊਮਨ ਵੈਲਿਊਜ਼ ਤੋਂ ਜਾਂ ਫਿਰ ਵੈਲਿਊਜ਼ ਤੋਂ ਹੀ ਪਤਾ ਲੱਗੇਗਾ। 4 ਲੈਵਲ ਨੇ ਸਾਡੀ ਐਗਜ਼ਿਸਟੈਂਸ ਦੇ, ਫਰੋਮ ਮਾਈ ਸੈਲਫ ਟੂ ਦ ਐਂਟਾਇਰ ਐਗਜ਼ਿਸਟੈਂਸ, ਰਾਈਟ ਲਿਵਿੰਗ ਔਰ ਸੰਸਕਾਰ, ਮਤਲਬ ਸਹੀ ਤਰੀਕੇ ਦੇ ਨਾਲ ਰਹਿਣਾ, ਜਾਂ ਸਾਡੇ ਜਿਹੜੇ ਸੰਸਕਾਰ ਨੇ, ਇਹ ਸਾਰੇ ਇਹ 4 ਲੈਵਲਸ ਹੈਗੇ ਨੇ ਸਾਡੇ ਜੀਣ ਵਾਸਤੇ। ਦਿਸ ਡਾਇਮੈਂਸ਼ਨ ਆਫ ਸੋਸਾਇਟੀ ਵਰਕਸ ਟੂ ਇਨਸ਼ੋਰ, ਮਤਲਬ ਸਾਨੂੰ ਪਤਾ ਹੋਣੀ ਚਾਹੀਦੀ ਰਾਈਟ ਅੰਡਰਸਟੈਂਡਿੰਗ ਕੀ ਹੈ, ਰਾਈਟ ਫੀਲਿੰਗਸ ਇੱਕ ਇੰਡੀਵਿਜੂਅਲ ਵਾਸਤੇ,
ਆਪਾਂ ਸਾਰੀਆਂ ਚੀਜ਼ਾਂ ਨੂੰ ਇਨਕੰਪਾਸ ਕਰਨਾ ਵਾ, ਜਿਹਨੂੰ ਅਸੀਂ ਸਮਾਧਾਨ ਬੋਲਦੇ ਹਾਂ ਕਿ ਹਾਂ ਸੋਲਿਊਸ਼ਨ ਬੋਲਦੇ ਹਾਂ ਕਿ ਇੱਕ ਇੰਡੀਵਿਜੂਅਲ ਲਈ ਕੀ ਸੋਲਿਊਸ਼ਨ ਹੈ ਆਪਣੀ ਸਕਸੀਡ ਕਰਨ ਵਾਸਤੇ, ਜਨਰੇਸ਼ਨ ਨੂੰ, ਆਪਣੀ ਲਾਈਫ ਨੂੰ। ਠੀਕ ਹੈ। There are many problems manifest today at the levels of individual, family, society and the nature। मतलब बड़ियां प्रॉब्लम्स आने में इंडिविजुअल के बेसिस से, फैमिली, सोसाइटी या नेचर के बेसिस से ਕਿਹੜੀਆਂ ਪ੍ਰੋਬਲਮਸ ਆ। ਜਿਵੇਂ ਕਿ ਬੋਲਿਆ ਕਿ ਇੰਡੀਵਿਜੂਅਲ ਦੀ ਲਾਈਫ ਦੇ ਵਿੱਚ ਕੀ ਹੈ, ਐਨਗਜ਼ਾਇਟੀ, ਸਟ੍ਰੈਸ, ਸੁਸਾਈਡਸ, ਇਨਸਿਕਿਉਰਿਟੀ ਆ ਜਾਂਦੀ ਹੈ। ਫੈਮਿਲੀ ਦੇ ਵਿੱਚ ਜਿਵੇਂ ਕਿ ਫੈਮਿਲੀਜ਼ ਟੁੱਟ ਜਾਂਦੀਆਂ, ਬ੍ਰੇਕਅਪਸ ਹੋ ਜਾਂਦੇ, ਡਿਵੋਰਸ ਹੋ ਜਾਂਦੇ ਆ, ਰਿਲੇਸ਼ਨਸ਼ਿਪ ਗੈਪ, ਜਨਰੇਸ਼ਨ ਗੈਪ, ਡੌਰੀ ਡੈਥਸ ਹੋ ਗਈਆਂ। सोसाइटी के लैवल ਦੇ ਉੱਤੇ ਜਿਵੇਂ ਟੈਰਰਿਜ਼ਮ, ਵਾਇਲੈਂਸ ਹੋ ਗਿਆ, ਰੇਸ਼ੀਅਲ ਜਾਂ ਐਥਨਿਕ ਸਟਰਗਲਸ ਹੋ ਗਏ। ठीक है, सेक्स क्राइम्स हो गए, वॉर्स हो गए बिटवीन नेशंस। तो नेचर के बेसिस है कि ग्लोबल वार्मिंग होगी, डिफॉरेस्टेशन, सॉइल डिग्रेडेशन, फ्लड्स, ड्रॉट्स, इधर ये चीज़ां आ जाती हैं। ठीक है। नेक्स्ट, क्रिटिकली एग्जामाइन द प्रिवेलिंग नोशंस ऑफ हैप्पीनेस इन द सोसाइटी एंड द कॉन्जिगेट। मतलब प्रॉस्पैरिटी की है, हैप्पीनेस तो डिफरेंट कितना है, या ह्यूमन एस्पिरेशंस की है। हैप्पीनेस ਨੂੰ ਆਪਾਂ ਕਿੱਦਾਂ ਡਿਫਾਈਨ ਕੀਤਾ ਕਿ ਇੱਕ ਹਾਰਮੋਨੀ ਹੈ, ਕਿ ਆਪਾਂ ਕਿਸ ਤਰੀਕੇ ਨਾਲ ਰਹਿੰਦੇ ਪਏ ਹਾਂ। ਅ ਸਟੇਟ ਔਰ ਅ ਸਿਚੁਏਸ਼ਨ ਇਨ ਵਿਚ ਆਈ ਲਿਵ, ਕਿ ਮੈਂ ਕਿਸ ਤਰੀਕੇ ਨਾਲ ਰਹਿੰਦੀ ਪਈ ਹਾਂ, ਕਿਹੜੀ ਸਿਚੁਏਸ਼ਨ ਦੇ ਵਿੱਚ ਮੈਂ ਰਹਿੰਦੀ ਪਈ ਹਾਂ। ਇਫ ਦੇਰ ਇਜ਼ ਅ ਹਾਰਮੋਨੀ ਇਨ ਇਟ ਦੈਨ ਆਈ ਲਾਈਕ ਟੂ ਬੀ ਇਨ ਦੈਟ ਸਟੇਜ। ਜੇ ਮੈਨੂੰ ਖੁਸ਼ੀ ਮਿਲ ਰਹੀ ਹੈ, ਹਾਰਮੋਨੀ ਮਿਲ ਰਹੀ ਹੈ, ਤਾਂ ਫਿਰ ਹੀ ਮੈਂ ਉਸ ਚੀਜ਼ ਦੇ ਵਿੱਚ ਰਹਿਣਾ ਪਸੰਦ ਕਰਾਂਗੀ। ਦ ਸਟੇਟ ਆਫ ਲਾਈਕਿੰਗ ਇਜ਼ ਹੈਪੀਨੈਸ। ਮਤਲਬ ਕਿ ਰਹਿਣਾ ਆਪਣੀ ਪਸੰਦ ਦੇ ਨਾਲ, ਉਹਨੂੰ ਅਸੀਂ ਬੋਲਿਆ ਕਿ ਹੈਪੀਨੈਸ ਤੁਹਾਨੂੰ ਫਿਰ ਹੀ ਮਿਲੇਗੀ ਨਾ ਜੇ ਅਸੀਂ ਆਪਣੇ ਅਕੋਰਡਿੰਗ ਰਵਾਂਗੇ। ਤੇ whereas prosperity is the feeling of having or making available more than the required physical facility। prosperity ਕੀ ਹੈ ਕਿ ਜਿੰਨੀ ਚਾਹੀਦੀ ਹੈ ਆਪਾਂ ਉਹ ਤੋਂ ਜ਼ਿਆਦਾ ਕਰ ਰਹੇ ਹਾਂ, ਉਹਨੂੰ ਅਸੀਂ ਬੋਲਦੇ ਇਨ ਕਰੰਟ ਸਿਚੁਏਸ਼ਨ, ਕਰੰਟ ਸਿਨੈਰੀਓ ਵਿੱਚ ਕੀ ਹੈ, ਆਪਾਂ ਟਰਾਈ ਕਰਦੇ ਹਾਂ ਕਿ ਸਾਨੂੰ ਹੈਪੀਨੈਸ ਵੀ ਮਿਲੇ, ਸਾਨੂੰ ਪ੍ਰੋਸਪੈਰਿਟੀ ਵੀ ਮਿਲੇ, ਹੈ ਨਾ। ਬਟ ਇਸ ਤਰੀਕੇ ਨਾਲ ਆਪਾਂ ਹੈਪੀਨੈਸ ਅਚੀਵ ਨਹੀਂ ਕਰ ਪਾਵਾਂਗੇ ਚੰਗੀ ਤਰ੍ਹਾਂ। ਦਿਸ ਫਿਜ਼ੀਕਲ ਫੈਸਿਲਿਟੀਜ਼ ਜਿਹੜੀਆਂ ਵੀ ਸਾਡੀ ਬਾਡੀ ਦੀਆਂ ਨੀਡਸ ਨੂੰ ਫੁਲਫਿਲ ਕਰ ਰਹੇ, ਬਟ ਸਾਡੀ ਹੈਪੀਨੈਸ ਸਾਨੂੰ ਹੈਪੀਨੈਸ ਨਹੀਂ ਦੇ ਰਹੇ। ਦਿਸ ਹੈਜ਼ ਰਿਜ਼ਲਟ ਇਨ ਰੋਂਗ ਅਸੈਸਮੈਂਟ ਆਫ ਵਾਂਟਸ ਫॉर ਫਿਜ਼ੀਕਲ ਫੈਸਿਲਿਟੀਜ਼ ਐਜ਼ ਬਿੰਗ ਅਨਲਿਮਿਟਿਡ। ਸਾਨੂੰ ਜਿਹੜਾ ਵੇ ਕਦੀ ਵੀ ਕੰਟੀਨਿਊਸਲੀ ਜਿਹੜੀ ਹੈਪੀਨੈਸ ਨਹੀਂ ਮਿਲੇਗੀ। ਹੁਣ 4 ਲੈਵਲਸ ਨੇ, ਉਹੀ ਇੰਡੀਵਿਜੂਅਲ, ਫੈਮਿਲੀ, ਸੋਸਾਇਟੀ ਅਤੇ ਨੇਚਰ ਦੇ ਬੇਸਿਸ 'ਤੇ ਕਿ ਕਿਹੜੀਆਂ ਪ੍ਰੋਬਲਮਸ ਆਉਂਦੀਆਂ ਵਾ।